ਜਿਹੜੀ ਪਹਿਲੀ ਗੱਲ ਕਵਰੇਜ ਦੇਖੀ 2 ਮਿਲੀਅਨ ਦੀ ਕਵਰੇਜ ਹੈ। ਨਹੀਂ ਹੁੰਦੀ ਕਿੱਥੇ ਅਸੀਂ ਲੱਖ ਡਾਲਰ 2 ਲੱਖ ਦੀ ਕਵਰੇਜ ਕਿੱਥੇ ਸਾਨੂੰ 2 ਮਿਲੀਅਨ ਦੀ ਕਵਰੇਜ ਹੈਗੀ ਹੈ। ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਜਿਹੜੇ ਆ ਰਹੇ ਨੇ ਨਾਲ ਦੇ ਨਾਲ ਜਿਹੜੇ ਸਾਡੇ ਵੀ ਜਿਹੜੇ ਕੈਨੇਡੀਅਨ ਬੱਚੇ ਬਾਹਰ ਪੜ੍ਹਨ ਜਾ ਰਹੇ ਉਹਨਾਂ ਵਾਸਤੇ ਵੀ ਆਪਸ਼ਨ ਅਵੇਲੇਬਲ ਹੈਗੀ ਹੈ, ਕਿਉਂਕਿ ਐਮਐਸਪੀ ਵੀ ਬਾਹਰ ਜਾ ਕੇ ਤਾਂ ਨਹੀਂ ਸਾਰੀ ਕਵਰ ਕਰਦੀ ਐਗਜ਼ੈਕਟਲੀ ਐਮਐਸਪੀ ਇੱਥੇ ਕਵਰ ਕਰਦੀ ਹੈ। ਜੇ ਕੋਈ ਬੱਚਾ ਯੂਐਸ ਪੜ੍ਹਨ ਜਾ ਰਿਹਾ, ਆਸਟ੍ਰੇਲੀਆ, ਇੰਗਲੈਂਡ ਪੜ੍ਹਨ ਜਾ ਰਿਹਾ, ਉਹਨਾਂ ਵਾਸਤੇ ਵੀ ਇਹ ਕਵਰੇਜ ਉੱਥੇ ਅਵੇਲੇਬਲ ਹੈਗੀ। ਕਵਰੇਜਸ ਤਾਂ ਹੈਗੀਆਂ, ਹੁਣ ਕਹਿੰਦੇ ਕੋਈ ਟਾਈਮ ਹੁੰਦਾ ਬੁੱਕਲੈਟ ਦਾ ਕੋਈ ਇੱਕੋ ਦਮ ਆਏ, ਹੁਣ ਕਿਹੜਾ ਦੇਖਣਾ ਮੇਰੀ ਕਵਰੇਜ ਕੀ ਹੈਗੀ ਹੈ। ਔਰ ਜਿਹਨਾਂ ਕੋਲ ਹੈਗੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਮੇਰੀ ਕਵਰੇਜ ਆ ਹੈਗੀ। ਕਈ ਵਾਰੀ ਵਾਕਿਆ ਤੁਹਾਡੀ ਗੱਲ ਸਹੀ, ਕਈ ਵਾਰੀ ਕਵਰੇਜ ਹੋਵੇ ਵੀ ਪਰ ਪਤਾ ਵੀ ਨਹੀਂ ਹੁੰਦਾ ਉਹਨੂੰ ਯੂਜ਼ ਕਿੱਦਾਂ ਕਰਨਾ ਕਵਰੇਜ ਨੂੰ। ਪਤਾ ਵੀ ਹੁਣ ਜੇ ਇੱਕ ਵਾਰੀ ਕਲੇਮ ਆ ਗਿਆ, ਦੂਜਾ ਕਲੇਮ ਆ ਗਿਆ ਤਾਂ ਫਿਰ ਕੀ ਹੋਊਗਾ। ਫਿਰ ਉਸ ਤੋਂ ਬਾਅਦ ਪੁੱਛੋ ਵੀ ਜਿਹੜੇ ਖਰਚੇ ਨੇ, ਹੋਰ ਖਰਚੇ ਤਾਂ ਨਹੀਂ ਪੈਣੇ ਤੇ ਕੋਈ ਡੇਟ ਚੇਂਜ ਦਾ, ਕੋਈ ਕੈਂਸਲੇਸ਼ਨ ਦਾ, ਅਸੀਂ ਪਾਲਿਸੀ ਕੈਂਸਲ ਕਰਾਉਣੇ ਆ, ਸਾਡਾ ਮਨ ਚੇਂਜ ਹੋ ਗਿਆ ਆਉਣ ਦਾ, ਫਿਰ ਉਹਦੇ ਖਰਚੇ ਹੈਗੇ ਕਿ ਨਹੀਂ ਹੈਗੇ। ਕਈ ਵਾਰੀ ਇਹ ਵੀ ਹੁੰਦਾ ਵੀਜ਼ਾ ਲੱਗ ਗਿਆ ਵੀ ਅਸੀਂ ਤਾਂ ਆਉਣਾ ਨਹੀਂ, ਉਹਨਾਂ ਨੇ ਜੀ ਪਾਲਿਸੀ ਕੈਂਸਲ ਕਰ ਦਿਓ, ਫਿਰ ਵੀ ਤੁਹਾਡੇ 100% ਰਿਫੰਡ ਹੋ ਸਕਦਾ। ਹੁਣ ਜੇ ਕੱਲ੍ਹ ਨੂੰ ਤੁਹਾਡੀ ਸਿਹਤ ਖਰਾਬ ਹੋ ਗਈ, ਹੁਣ ਤੁਸੀਂ ਹੋਰ ਇੰਸ਼ੋਰੈਂਸ ਨਹੀਂ ਲੈ ਸਕਦੇ। ਉਦਣ ਤਾਂ 2 ਮਿਲੀਅਨ ਦੀ ਲੈ ਸਕਦੇ ਸੀਗੇ, ਅੱਜ ਹੁਣ ਹੋਰ ਕੋਈ ਇੰਸ਼ੋਰੈਂਸ ਨਹੀਂ ਲੈ ਸਕਦੇ। ਹੁਣ ਗਲਤੀ ਕਹਿੰਦੀ ਹੈ ਮੇਰੀ ਗਲਤੀ ਹੈ। ਜੇ ਮੈਂ ਉਦਣ ਦੱਸਦਾ ਤੁਹਾਨੂੰ ਬੈਣੀਪਾਲ ਸਾਹਿਬ 2 ਦੀ ਅੱਜ ਲੈ ਲਓ, ਤੁਹਾਡੀ ਬਾਅਦ ਚੋਂ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਭਾਵੇਂ ਇਹਨੂੰ ਕਨਵਰਟ ਕਰ ਲਿਆ ਜੇ, ਪਰ ਅੱਜ ਤਾਂ 2 ਦੀ ਲਓ ਤੁਸੀਂ। ਲਾਈਫ ਖੁਸ਼ਹਾਲ ਤਾਂ ਹੀ ਹੈ ਜੇ ਸਿਕਿਉਰਡ ਹੈ ਤੇ ਸਿਕਿਉਰਡ ਲਾਈਫ ਬਣਾਉਣ ਲਈ ਹੁਣ ਤੁਹਾਡੇ ਨਾਲ ਹੈ ਥਿੰਕ ਇੰਸ਼ੋਰੈਂਸ, ਜਿੱਥੇ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਅੱਛੇ ਰੇਟਸ ਦੇ ਨਾਲ ਮੰਥਲੀ ਪੇਮੈਂਟ ਆਪਸ਼ਨਸ ਵੀ ਹਨ। ਟਰਮ ਇੰਸ਼ੋਰੈਂਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਿੱਚ ਫਿਜ਼ੀਓਥੈਰੇਪਿਸਟ ਤੇ ਨਰਸਿਸ ਲਈ 10 ਤੋਂ 15% ਆਫ ਤੇ ਵੈਟਰਨਰੀਅਨ, ਇੰਜੀਨੀਅਰ, ਪਲੰਬਰ, ਇਲੈਕਟ੍ਰੀਸ਼ੀਅਨ, ਮਸਾਜ ਥੈਰੇਪਿਸਟ ਜਾਂ ਆਪਟੋਮੈਟ੍ਰਿਸਟ ਲਈ 15% ਆਫ। ਚਿਲਡਰਨਸ ਲਾਈਫ ਅਤੇ ਕ੍ਰਿਟੀਕਲ ਇੰਸ਼ੋਰੈਂਸ ਵਿੱਚ ਮਨੀ ਬੈਕ ਆਪਸ਼ਨ ਵੀ ਤੇ ਵਰਕ ਪਰਮਿਟ ਤੇ ਲਾਈਫ ਇੰਸ਼ੋਰੈਂਸ ਵੀ ਲੈ ਸਕਦੇ ਹੋ। ਸੋ ਅੱਜ ਹੀ ਕਾਲ ਕਰੋ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ ਨੂੰ 604 828 7213 604 828 7213। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਭਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ। ਦੋਸਤੋ, ਬਿਜ਼ਨਸ ਕਨੈਕਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਕਨੈਕਟ ਕਰਨ ਜਾ ਰਹੇ ਹਾਂ ਥਿੰਕ ਇੰਸ਼ੋਰੈਂਸ ਤੋਂ ਥਿੰਦ ਸਾਹਿਬ ਹੋਰੀ ਉਚੇਚੇ ਤੌਰ ਤੇ ਸਾਡੇ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ। ਸੱਚਮੁੱਚ ਇੰਸ਼ੋਰੈਂਸ ਇਸ ਮੁਲਕ ਵਿੱਚ ਬੜੀ ਲਾਜ਼ਮੀ ਹੈ, ਪਰ ਪਰਮਿੰਦਰ ਥਿੰਦ ਹੋਰਾਂ ਕੋਲੇ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਕਿ ਜਿਹੜੀ ਉਹਨਾਂ ਕੋਲੋਂ ਤੁਸੀਂ ਇੰਸ਼ੋਰੈਂਸ ਲੈਣ ਦੇ ਵਾਸਤੇ ਸਲਾਹ ਲਵੋ। ਬਹੁਤ ਸਾਰੀਆਂ ਘੁਣਤਰਾਂ ਤੇ ਘੁੰਡੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਅਕਸਰ ਇੰਸ਼ੋਰੈਂਸ ਖਰੀਦਣ ਵਾਲੇ ਇਨਸਾਨ ਨੂੰ ਨਹੀਂ ਪਤਾ ਹੁੰਦਾ, ਪਰ ਤੁਹਾਡੇ ਕੋਲ ਸਵਾਲ ਅਨੇਕਾਂ ਹੁੰਦੇ ਹੈ, ਪਰ ਕਈ ਵਾਰ ਜਦੋਂ ਇੰਸ਼ੋਰੈਂਸ ਖਰੀਦਣੀ ਹੁੰਦੀ ਆ ਉਸ ਵਕਤ ਸਾਨੂੰ ਉਹ ਸਵਾਲ ਵਿਸਰ ਜਾਂਦੇ ਨੇ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਤੇ ਜਵਾਬ ਪਰਮਿੰਦਰ ਥਿੰਦ ਸਾਹਿਬ ਤੋਂ ਲਵਾਂਗੇ। ਥਿੰਦ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬੈਣੀਪਾਲ ਸਾਹਿਬ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਥਿੰਦ ਸਾਹਿਬ, ਬਹੁਤ ਸਾਰੇ ਸਵਾਲ ਨੇ ਜਦੋਂ ਵੀ ਤੁਸੀਂ ਆਉਂਦੇ ਹੋ, ਸ਼ੰਕੇ ਨਿਵਰਤ ਕਰਕੇ ਜਾਂਦੇ ਹੋ। ਆਮ ਤੌਰ ਤੇ ਸਾਡੇ ਵਾਸਤੇ ਤਾਂ ਇੱਕ ਜੀ ਟਰੈਵਲ ਇੰਸ਼ੋਰੈਂਸ ਹੀ ਹੈ, ਪਰ ਆਪਾਂ ਵੇਖਦੇ ਹਾਂ ਕਿ ਕਦੇ ਆਸਟ੍ਰੇਲੀਆ, ਕਦੇ ਨਿਊਜ਼ੀਲੈਂਡ ਤੇ ਇਸ ਵਕਤ ਕੈਨੇਡਾ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਸਟੂਡੈਂਟ ਬਹੁਤ ਆ ਰਹੇ ਨੇ ਕਿ ਉਹਨਾਂ ਵਾਸਤੇ ਜਿਹੜੀ ਟਰੈਵਲ ਇੰਸ਼ੋਰੈਂਸ ਹੈ ਇਹੀ ਕੰਮ ਕਰ ਦਿੰਦੀ ਹੈ ਕਿ ਸਟੂਡੈਂਟ ਵਾਸਤੇ ਕੁਝ ਹੋਰ ਹੁੰਦੀ ਹੈ ਜੀ? ਹਾਂਜੀ ਬੈਣੀਪਾਲ ਸਾਹਿਬ, ਤੁਸੀਂ ਹੈਰਾਨ ਹੋਵੋਗੇ, ਕਈ ਵਾਰੀ ਆਮ ਆਪਾਂ ਸੋਚ ਲੈਂਦੇ ਹਾਂ ਟਰੈਵਲ ਇੰਸ਼ੋਰੈਂਸ ਸਾਰੀਆਂ ਇੱਕੋ ਜਿਹੀਆਂ ਨੇ। ਹਾਂ, ਪਰ ਨਹੀਂ, ਉਹਨਾਂ ਦੀ ਵੀ ਕੈਟਾਗਰੀ ਹੈਗੀ ਹੈ। ਅੱਛਾ ਜੀ। ਜੇ ਹੁਣ ਆਪਾਂ ਇੱਕ ਟਰੈਵਲ ਇੰਸ਼ੋਰੈਂਸ ਆਮ ਕਰਦੇ ਹਾਂ, ਕੋਈ ਆਮ ਘੁੰਮਣ ਵਾਸਤੇ ਆ ਰਿਹਾ, ਉਹ ਟਰੈਵਲ ਹੀ ਕਰਨ ਆ ਰਿਹਾ, ਉਹਨਾਂ ਦੀ ਇੰਸ਼ੋਰੈਂਸ ਅੱਡ ਆ। ਉਹਨਾਂ ਦੀ ਹੈ ਵੀ ਤੁਸੀਂ 50,000 ਦੀ ਕਵਰੇਜ, ਲੱਖ ਦੀ ਲਈ, 2 ਲੱਖ ਦੀ ਲਈ ਕਵਰੇਜ, ਅਤੇ ਫਿਰ ਤੁਸੀਂ ਆਪਦੇ ਸਿਹਤ ਦੇ ਹਿਸਾਬ ਨਾਲ ਚੀਜ਼ਾਂ ਲਈ, ਫਿਰ ਉਹਦੇ 'ਚ ਸ਼ਰਤਾਂ ਨੇ ਵੀ ਆਹ ਚੀਜ਼ਾਂ ਇੰਨੀ ਡੈਂਟਲ ਕਵਰ ਹੋਊਗੀ ਅਤੇ ਇੰਨੀਆਂ ਦਵਾਈਆਂ ਕਵਰ ਹੋਣੀਆਂ, ਦਵਾਈਆਂ ਨਹੀਂ ਕਵਰ ਹੋਣੀਆਂ, ਚੈੱਕਅਪ ਨਹੀਂ ਕਵਰ ਹੈਗਾ। ਪਰ ਜੇ ਆਪਾਂ ਸਟੂਡੈਂਟ ਦੀ ਗੱਲ ਕਰਦੇ ਹਾਂ, ਸਪੈਸ਼ਲੀ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਨੇ ਜੀ, ਉਹਨਾਂ ਦੀ ਜਿਹੜੀ ਕਵਰੇਜ ਹੈ ਜਿੱਦਾਂ ਆਪਣੀ ਐਮਐਸਪੀ ਕੰਮ ਕਰਦੀ ਹੈ ਉੱਦਾਂ ਹੀ ਕੰਮ ਕਰਦੀ ਹੈ। 2 ਮਿਲੀਅਨ ਤੱਕ ਉਹਨਾਂ ਦੀ ਕਵਰੇਜ ਹੈ ਜੀ। ਅੱਛਾ ਜੀ। 2 ਮਿਲੀਅਨ ਦੇ ਵਿੱਚ ਉਹਨਾਂ ਡਾਕਟਰ ਕੋਲੇ ਜਾਣਾ ਪੈ ਗਿਆ, ਸਾਲ 'ਚ ਇੱਕ ਉਹ ਕਵਰ ਹੈਗੀ ਜੀ ਪੂਰੀ, ਜਿਹਦਾ ਰੈਗੂਲਰ ਚੈੱਕਅਪ ਆਪਾਂ ਗੱਲ ਕਰਦੇ ਹਾਂ ਉਹ ਕਵਰ ਹੋ ਗਈ। ਜਾਂ ਉਸ ਤੋਂ ਬਾਅਦ ਉਹਨਾਂ ਫਿਜ਼ੀਓ ਜਾਣਾ, ਕਾਰੋਪ੍ਰੈਕਟਰ ਕਰਾਉਣੀ ਆ, ਉਹ ਵਿੱਚੇ ਕਵਰ ਹੋ ਗਈਆਂ। ਜਾਂ ਡੈਂਟਲ ਦੀ ਲੋੜ ਪੈ ਗਈ, ਵਿਜ਼ਡਮ ਟੂਥ ਦੀ ਲੋੜ ਪੈ ਗਈ। ਹੁਣ ਉਹ ਚੀਜ਼ਾਂ ਜਿਹੜੀਆਂ ਆਮ ਟਰੈਵਲ ਇੰਸ਼ੋਰੈਂਸ ਨਹੀਂ ਕਵਰ ਹੈਗੀਆਂ, ਪਰ ਜਿਹੜੇ ਐਜ਼ ਏ ਕੋਈ ਸਟੂਡੈਂਟ ਆਏ ਨੇ ਉਹਨਾਂ ਦੇ ਵਿੱਚ ਉਹ ਕਵਰੇਜਸ ਹੈਗੀਆਂ ਨੇ। ਹੁਣ ਜੇ ਐਗਜ਼ਾਮਪਲ ਜੇ ਕਿਸੇ ਦੇ ਕੋਈ
ਬਾਹਲੀ ਸੱਟ ਲੱਗ ਗਈ ਉਹ ਵੀ ਕਵਰੇਜ ਹੈਗੀ ਹੈ। ਜੇ ਇਨ ਕੇਸ ਕੋਈ ਇਹੋ ਜਿਹੀ ਦੁਰਘਟਨਾ ਹੋ ਜਾਂਦੀ ਆਪਾਂ ਦੇਖਦੇ ਹਾਂ ਬਾਅਦ ਚ GoFundMe ਕਹਿੰਦੇ ਉਹ ਵੀ ਵਿੱਚ ਇੰਸ਼ੋਰੈਂਸ ਵਿੱਚ ਹੀ ਹੁੰਦੀ ਹੈ। ਬੋਡੀ ਵਾਪਸ ਲੈ ਕੇ ਜਾਣੀ ਹੈ ਜਾਂ ਪਰ ਇਹਦਾ ਮਤਲਬ ਲੋਕਾਂ ਨੂੰ ਪਤਾ ਨਹੀਂ ਜੀ, ਫਿਰ ਉਹ GoFundMe ਚਲਾ ਕੇ ਬਹਿ ਜਾਂਦੇ ਆ ਜੀ। ਹਾਂਜੀ ਬਿਲਕੁਲ ਜੀ, ਇਹ ਆ ਵੀ ਦੇਖੀਏ ਵੀ ਜਿਹੜੀ ਹੁਣ ਚੀਜ਼ ਹੈਗੀ ਇਹ ਤਾਂ ਹੁਣ ਜੇ ਆਪਾਂ 3 ਮਹੀਨਿਆਂ ਦੀ ਗੱਲ ਕਰਦੇ ਹਾਂ ਇੱਕ ਸਟੂਡੈਂਟ ਵਾਸਤੇ ਮੈਨੂੰ ਲੱਗਦਾ $190 ਕਿਸ਼ਤ ਬਣਦੀ ਹੈ। ਹੁਣ 3 ਮਹੀਨਿਆਂ ਵਾਸਤੇ ਭਾਵੇਂ ਏਜ 18 ਸਾਲ ਤੋਂ ਐਜ਼ ਲੌਂਗ ਅ ਸਟੂਡੈਂਟ ਨੇ, ਸਟੂਡੈਂਟ ID ਚਾਹੀਦੀ ਹੈ, ਕਾਲਜ ਦਾ ਨਾਂ ਚਾਹੀਦਾ। ਹੁਣ ਬਿਲਕੁਲ ਤੁਹਾਡੀ MSP ਵਾਂਗ ਕਵਰੇਜ ਹੈਗੀ। ਹੁਣ ਤੁਸੀਂ ਇਹ ਸੋਚੋ ਵੀ ਮੈਂ ਆਪਦੇ ਆਪ ਨੂੰ ਪ੍ਰੋਟੈਕਟ ਕਰ ਲਿਆ, ਜਿਨ੍ਹਾਂ ਕੋਲੇ ਹੈਗਾ ਉਹਨਾਂ ਨੂੰ ਪ੍ਰੋਟੈਕਟ ਕਰ ਲਿਆ, ਬਾਅਦ 'ਚ ਸਾਨੂੰ ਇਸ ਚੀਜ਼ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਜੇ ਕੱਲ੍ਹ ਨੂੰ ਸਾਨੂੰ ਸੱਟ ਲੱਗ ਜਾਵੇ ਜਾਂ ਕਿਸੇ ਹਸਪਤਾਲ ਜਾਣਾ ਪੈ ਜਾਵੇ, ਕਈ ਵਾਰੀ ਕੋਈ ਨਿਆਣਾ ਪ੍ਰੈਗਨੈਂਟ ਵੀ ਹੋ ਸਕਦਾ, ਪ੍ਰੈਗਨੈਂਸੀ ਵੀ ਇਹਦੇ ਵਿੱਚ ਕਵਰ ਹੈਗੀ ਜੀ। ਪਰ ਆਮ ਤੌਰ ਤੇ ਟਰੈਵਲ ਇੰਸ਼ੋਰੈਂਸ ਦੇ ਵਿੱਚ ਹੁੰਦੀ ਨਹੀਂ ਜੀ। ਨਹੀਂ ਬਿਲਕੁਲ ਨਹੀਂ ਹੁੰਦੀ, ਬਿਲਕੁਲ ਇਹ ਸਾਰੀਆਂ ਚੀਜ਼ਾਂ ਇਹ ਨਹੀਂ ਟਰੈਵਲ ਇੰਸ਼ੋਰੈਂਸ 'ਚ ਹੁੰਦੀਆਂ ਜਿਹੜੀਆਂ ਇਹਦੇ ਵਿੱਚ, ਕਿਉਂਕਿ ਜਿਹੜੀ ਪਹਿਲੀ ਗੱਲ ਕਵਰੇਜ ਦੇਖੀ 2 ਮਿਲੀਅਨ ਦੀ ਕਵਰੇਜ ਹੈ। ਕਿੱਥੇ ਅਸੀਂ $1,00,000 2 ਲੱਖ ਦੀ ਕਵਰੇਜ ਕਿੱਥੇ ਸਾਨੂੰ 2 ਮਿਲੀਅਨ ਦੀ ਕਵਰੇਜ ਹੈਗੀ ਹੈ। ਸੋ ਇਸ ਕਰਕੇ ਹੁਣ ਅੱਖਾਂ ਵੀ ਐਨਕਾਂ ਚੈੱਕ ਕਰਨੀਆਂ, ਬੱਚੇ ਨੇ ਕਹਿੰਦੇ ਐਨਕਾਂ ਪੜ੍ਹਾਈ ਵਾਸਤੇ ਉਹ ਵੀ ਵਿੱਚ ਇਹਦੇ ਵਿੱਚ ਅੱਖਾਂ ਵਿੱਚ ਕਵਰ ਹੈਗੀਆਂ। ਸੋ ਇਸ ਕਰਕੇ ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਜਿਹੜੇ ਆ ਰਹੇ ਨੇ, ਨਾਲ ਦੀ ਨਾਲ ਜਿਹੜੇ ਸਾਡੇ ਵੀ ਜਿਹੜੇ ਕੈਨੇਡੀਅਨ ਬੱਚੇ ਬਾਹਰ ਪੜ੍ਹਨ ਜਾ ਰਹੇ ਉਹਨਾਂ ਵਾਸਤੇ ਵੀ ਆਪਸ਼ਨ ਅਵੇਲੇਬਲ ਹੈਗੀ ਹੈ। ਕਿਉਂਕਿ MSP ਵੀ ਬਾਹਰ ਜਾ ਕੇ ਤਾਂ ਨਹੀਂ ਸਾਰੀ ਕਵਰ ਕਰਦੀ ਐਗਜ਼ੈਕਟਲੀ, MSP ਇੱਥੇ ਕਵਰ ਕਰਦੀ ਹੈ। ਜੇ ਕੋਈ ਬੱਚਾ US ਪੜ੍ਹਨ ਜਾ ਰਿਹਾ, ਆਸਟ੍ਰੇਲੀਆ, ਇੰਗਲੈਂਡ ਪੜ੍ਹਨ ਜਾ ਰਿਹਾ, ਉਹਨਾਂ ਵਾਸਤੇ ਵੀ ਇਹ ਕਵਰੇਜ ਉੱਥੇ ਅਵੇਲੇਬਲ ਹੈਗੀਆਂ ਉਹਨਾਂ ਕੋਲੇ। ਜੇ ਉੱਥੇ ਜਾ ਕੇ ਜੇ ਕੋਈ ਲੋੜ ਪੈ ਜਾਂਦੀ ਹੈ ਤੇ ਇਹ ਚੀਜ਼ਾਂ ਇੱਦਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਨੇ, ਜੇ ਇੱਥੋਂ ਉੱਥੇ ਜਾਂਦੇ ਨੇ, ਉਹਨਾਂ ਵਾਸਤੇ ਸੇਮ ਕਵਰੇਜ ਹੈ ਜੀ। ਇਹ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਸੱਚੀ ਤੁਹਾਡੇ ਨਾਲ ਬਹੁਤ ਸਾਰੇ ਪ੍ਰੋਗਰਾਮ ਕਰ ਲਏ ਆ, ਮੇਰੇ ਵਾਸਤੇ ਅੱਜ ਸੱਚਮੁੱਚ ਨਵੀਂ ਜਾਣਕਾਰੀ ਹੈ। ਹੋ ਸਕਦਾ ਮੇਰੇ ਵਰਗੇ ਬਹੁਤ ਸਾਰੇ ਦਰਸ਼ਕਾਂ ਵਾਸਤੇ ਵੀ ਇਹ ਨਵੀਂ ਜਾਣਕਾਰੀ ਹੋਣੀ ਹੈ ਤੇ ਉਹਨਾਂ ਦੇ ਮਾਪਿਆਂ ਵਾਸਤੇ ਵੀ। ਬਿਲਕੁਲ। ਤੇ ਜਿਹੜੇ ਮਿਸਹੈਪ ਕੋਈ ਹੋ ਜਾਂਦਾ, ਆਪਾਂ ਬੀਤੇ ਸਮਝਦੇ ਰੱਬ ਕਰੇ ਨਾ ਹੋਵੇ। ਬਿਲਕੁਲ। ਪਰ ਜਦੋਂ ਹੋ ਜਾਂਦਾ ਮੈਂ ਉਦੋਂ ਵੀ ਦੇਖਿਆ ਕਿ GoFundMe ਚਲਾਓ ਜੀ, ਉਹਦੀ ਡੈੱਡ ਬੋਡੀ ਕਿਵੇਂ ਭੇਜਣੀ, ਇਹਦਾ ਮਤਲਬ ਉਹ ਵੀ ਸਾਰਾ ਕੁਝ ਰੱਬ ਨਾ ਕਰੇ ਹੋਵੇ। ਆਪਾਂ ਫਿਰ ਕਹਿੰਦੇ ਆ ਕਿ ਜੇ ਹੋ ਜੇ ਤਾਂ ਫਿਰ ਜੇ ਹੋ ਜਾਵੇ, ਜੇ ਪਰਿਵਾਰ ਦੇ ਮੈਂਬਰ ਨੂੰ ਇੰਡੀਆ ਤੋਂ ਬੁਲਾਉਣਾ ਆ, ਉਹਨਾਂ ਦੀ ਟਿਕਟਾਂ ਅੱਛਾ ਜੀ, ਉਹ ਵੀ ਪਿੱਛੇ ਏਅਰਪੋਰਟ ਤੋਂ ਉਤਰੇ, ਗੱਡੀ ਲੈ ਕੇ ਕਿੱਥੇ ਗਏ, ਹਸਪਤਾਲ ਗਏ, ਉੱਥੋਂ ਤੱਕ ਟਿਕਟਾਂ ਉਹ ਵੀ ਕਵਰ ਹੈ। ਜੇ ਖਾਣ ਪੀਣ ਦਾ ਖਰਚਾ ਉਹ ਵੀ ਕਵਰ ਹੈ। ਹੁਣ ਇਹ ਸਾਰੀਆਂ ਚੀਜ਼ਾਂ ਵਿੱਚ ਉਹਦੇ ਕਵਰੇਜ ਦੇ ਵਿੱਚ ਆ ਜਾਂਦੀਆਂ ਜੀ। ਆਪਾਂ ਹੁਣ ਦੇਖੀਏ ਹੈ ਤਾਂ ਗੱਲ ਕੁਛ ਵੀ ਨਹੀਂ, $50 ਹੋ ਗਏ, ਪਰ ਇਹ ਵੀ ਜੇ ਦੂਰ ਤੱਕ ਆਪਾਂ ਦੇਖੀਏ ਉਹਦੇ ਫਾਇਦੇ ਕੀ ਨੇ, ਫਾਇਦੇ ਬਹੁਤ ਨੇ। ਫਾਇਦੇ ਤਾਂ ਆਪਾਂ ਸਾਰਾ ਦਿਨ ਇਸ 'ਤੇ ਸ਼ੋਅ ਕਰ ਸਕਦੇ, ਇੰਨੇ ਫਾਇਦੇ ਨੇ। ਪਰ ਗੱਲ ਇਹ ਵੀ ਕਈ ਵਾਰੀ ਚੀਜ਼ ਲਈ ਹੁੰਦੀ ਹੈ, ਕਈ ਵਾਰੀ ਕਾਲਜ ਵੱਲੋਂ ਵੀ ਕਵਰੇਜ ਹੁੰਦੀ ਹੈ, ਵਿੱਚ ਹੀ ਕਵਰੇਜ ਕਰਦੇ ਪਤਾ ਵੀ ਨਹੀਂ ਹੁੰਦਾ। ਪਰ ਇਹ ਹੈ ਵੀ ਤੁਸੀਂ ਆਪ ਦੀ ਜੁਦਾ ਵੀ ਲੈ ਸਕਦੇ ਹੋ। ਕਈ ਵਾਰੀ ਕਾਲਜ ਵੀ ਕਹਿੰਦਾ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਪੈਣੀ ਹੈ, ਵਿੱਚੇ ਮੈਂਡੇਟਰੀ ਕਰ ਦਿੰਦੇ ਨੇ ਫੀ ਦੇ ਵਿੱਚ ਨਾ ਲਾ ਕੇ, ਜਾਂ ਤੁਸੀਂ ਆਪ ਦੀ ਕਵਰੇਜ ਬਾਹਰੋਂ ਵੀ ਕਰਾ ਸਕਦੇ ਹੋ। ਹੁਣ ਫਰਕ ਤਾਂ ਕੁਛ ਨਹੀਂ ਹੈਗਾ, ਪਰ ਕਵਰੇਜਸ ਤਾਂ ਹੈਗੀਆਂ। ਹੁਣ ਕਹਿੰਦੇ ਕੋਈ ਟਾਈਮ ਹੁੰਦਾ ਬੁੱਕਲੈਟ ਦਾ ਕੋਈ ਇੱਕੋ ਦਮ ਆਏ, ਹੁਣ ਕਿਹੜਾ ਦੇਖਣਾ ਮੇਰੀ ਕਵਰੇਜ ਕੀ ਹੈਗੀ ਹੈ। ਪਰ ਜਿਹਨਾਂ ਕੋਲ ਹੈਗੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਮੇਰੀ ਕਵਰੇਜ ਆ ਹੈਗੀ। ਕਈ ਵਾਰੀ ਵਾਕਿਆ ਤੁਹਾਡੀ ਗੱਲ ਸਹੀ, ਕਈ ਵਾਰੀ ਕਵਰੇਜ ਹੋਵੇ ਵੀ ਪਰ ਪਤਾ ਵੀ ਨਹੀਂ ਹੁੰਦਾ ਉਹਨੂੰ ਯੂਜ਼ ਕਿੱਦਾਂ ਕਰਨਾ ਕਵਰੇਜ ਨੂੰ। ਇਹ ਵਿੱਚੇ ਬੁੱਕਲੈਟ ਦੇ ਵਿੱਚ ਕਵਰੇਜ ਨੇ। ਹਾਂਜੀ, ਮੇਰੇ ਖਿਆਲ ਦੇ ਵਿੱਚ ਸੱਚੀ ਇਹ ਨਵੀਂ ਜਾਣਕਾਰੀ ਹੋਣੀ ਹੈ ਤੇ ਅਚਨਚੇਤ ਅੱਗੇ ਮੇਰੇ ਵੀ ਜੇਨ 'ਚ ਕਦੀ ਇਹ ਸਵਾਲ ਨਹੀਂ ਆਇਆ। ਚੰਗਾ ਹੋਇਆ ਕਿ ਬਹੁਤ ਸਾਰਿਆਂ ਦਾ ਸ਼ੰਕਾ ਨਿਵਰਤ ਹੋ ਗਿਆ। ਹੁਣ ਨਵੀਂ ਜਾਣਕਾਰੀ। ਤੇ ਇੱਕ ਹੋਰ ਦੱਸਿਓ, ਆਮ ਤੌਰ 'ਤੇ ਜਦੋਂ ਆਪਾਂ ਵੇਖਦੇ ਹਾਂ ਇੰਸ਼ੋਰੈਂਸ ਹੈ ਭਾਵੇਂ ਕੋਈ ਹੋਰ ਇੰਡਸਟਰੀ ਆ, ਉਹਦੇ 'ਚ ਨਵਾਂ ਬੜਾ ਕੁਛ ਆਉਂਦਾ ਰਹਿੰਦਾ ਹੈ। ਇਹ ਵੀ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਮੇਰੇ ਖਿਆਲ ਦੇ ਵਿੱਚ ਨੈਸੈਸਿਟੀ ਹੈ। ਜੇ ਕੋਈ ਬੰਦਾ ਕੈਨੇਡਾ 'ਚ ਰਹਿੰਦਾ, ਜ਼ਰੂਰਤ ਆ, ਉਹਦੀ ਕੋਈ ਲਗਜ਼ਰੀ ਨਹੀਂ ਇਹ। ਇਹਦੇ ਵਿੱਚ ਵੀ ਕੁਛ ਨਵਾਂ ਹੈ ਜੀ? ਹਾਂਜੀ, ਨਵਾਂ ਬਿਲਕੁਲ। ਪਹਿਲੀ ਗੱਲ ਤਾਂ ਹੁਣ ਜਦੋਂ ਆਪਾਂ ਨਵਾਂ ਆਪਣਾ ਟੈਕਸ ਹੁਣ ਬਜਟ ਆਇਆ ਸੀਗਾ, ਬਜਟ ਦੇ ਵਿੱਚ ਸਪੈਸ਼ਲੀ ਉਹਨਾਂ ਨੇ ਹੁਣ ਹੋਮ ਬਾਇਰਸ ਵਾਸਤੇ ਜਿਹੜਾ ਕੀਤਾ, ਜਿਹੜਾ 40,000 ਦਾ ਪ੍ਰੋਗਰਾਮ ਹੈਗਾ, ਤੁਸੀਂ ਆਪਦਾ ਘਰ ਲਈ TFSA ਵਾਂਗੂ ਤੁਸੀਂ ਆਪਦਾ ਘਰ ਦੀ ਡਾਊਨ ਪੇਮੈਂਟ ਵਾਸਤੇ ਉਹ ਮਨੀ ਯੂਜ਼ ਕਰ ਸਕਦੇ। ਇੱਕ ਤਾਂ ਉਹ ਅਕਾਊਂਟ ਉਹਨਾਂ ਨੇ ਸ਼ੁਰੂ ਕਰਤਾ। ਹੁਣ ਇਹ ਵੀ 40,000 ਤੱਕ ਆਪਦਾ ਤੁਸੀਂ ਪੈਸੇ ਪਾਓ, ਜਦੋਂ ਘਰ ਦੀ ਡਾਊਨ ਪੇਮੈਂਟ ਟੈਕਸ ਫਰੀ ਪਾਓ ਤੇ ਟੈਕਸ ਫਰੀ ਕਢਾਓ, ਤੇ ਜਿੰਨੇ ਵੀ ਗਰੋ ਹੋ ਗਏ ਤੁਹਾਡੇ ਹੀ ਨੇ, ਤੇ ਉਹ ਹੈ ਵੀ ਉਸੇ ਹਿਸਾਬ ਨਾਲ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ। ਇੱਕ ਤਾਂ ਨਾਮ ਹੈਗਾ ਜੀ। ਨਾਲ ਦੀ ਨਾਲ ਹੀ ਜਿਹੜੀ ਅਲਬਰਟਾ ਇੰਸ਼ੋਰੈਂਸ ਕਾਉਂਸਲ ਨੇ ਨਾ ਜੀ, ਇੱਕ ਗੱਲ ਨਵੀਂ ਕੀਤੀ ਆ। ਸਕੈਮ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਕੈਮ ਹੋ ਰਹੇ ਨੇ। ਹੁਣ ਜੇ ਸਕੈਮ ਦੀ ਗੱਲ ਕਰਦੇ ਹਾਂ, ਇੱਕ ਤਾਂ ਆਪਾਂ ਕਹਿੰਦੇ ਵੀ ਵੈਬਸਾਈਟਾਂ ਉੱਦਾਂ ਹੀ ਲੱਗਦੀਆਂ ਜਿੱਦਾਂ ਦੀਆਂ ਦੂਜੀਆਂ ਅਸਲੀ ਵੈਬਸਾਈਟ ਹੁੰਦੀਆਂ। ਜਿੱਦਾਂ ਐਗਜ਼ਾਮਪਲ ਆਪਾਂ ਕਿਸੇ ਬੈਂਕ ਦੀ ਗੱਲ ਕਰੀਏ, ਉਹ ਲੱਗਦੀ ਇੱਕੋ ਜਿਹੀ ਹੈ ਪਰ ਹੁੰਦਾ ਕੁਛ ਹੋਰ ਹੈ। ਪਰ ਵੀ ਐਗਜ਼ਾਮਪਲ ਜੇ ਕਾਪੀ ਇੱਦਾਂ ਦੀ ਕਰ ਦਿੰਦੇ, ਕਾਪੀ ਤੋਂ ਬਾਅਦ ਪਤਾ ਨਹੀਂ ਲੱਗਦਾ ਵਾਕਿਆ ਵੀ ਇਹ ਦੋਵੇਂ ਚੀਜ਼ਾਂ ਵੀ ਅਸਲੀ ਤੇ ਆ ਕਿ ਨਕਲੀ ਤੇ ਆ। ਤੇ ਉਹ ਚੀਜ਼ਾਂ ਤੋਂ ਹੁਣ ਇੱਕ ਅਵੇਅਰ ਹੋਣ ਦੀ ਲੋੜ ਹੈ। ਜਦੋਂ ਤੁਸੀਂ ਕਿਸੇ ਵੀ ਵੈਬਸਾਈਟ 'ਤੇ ਜਾਂਦੇ ਹੋ, ਤੁਸੀਂ ਇਨਵੈਸਟ ਕਰਨ ਜਾਂਦੇ ਹੋ, ਕੋਈ ਦੇਖਦੇ ਹੋ, ਕਈ ਵਾਰ ਅਸੀਂ ਕੋਈ ਚੀਜ਼ ਬਾਏ ਕਰਦੇ ਹਾਂ ਪਰ ਉਹ ਇੱਕੋ ਜਿਹੀਆਂ ਸਾਈਟਾਂ ਲੱਗਦੀਆਂ। ਇੱਕ ਇਸ ਚੀਜ਼ ਦੀ ਅਵੇਅਰਨੈਸ ਦੀ ਲੋੜ ਹੈ ਜੀ। ਹਾਂਜੀ, ਅੱਛਾ, ਇੱਕ ਹੋਰ ਦੱਸਿਓ ਮੈਨੂੰ, ਬਹੁਤ ਸਾਰੇ ਸਟੂਡੈਂਟ ਆਪਣੇ ਮਾਪਿਆਂ ਨੂੰ ਸੱਦਦੇ ਹੈ, ਉਹ ਤਾਂ ਵਿਜ਼ਟਰ ਵੀਜ਼ 'ਤੇ ਆ ਜਾਂਦੇ ਹੈ,
ਪਰ ਬਹੁਤ ਸਾਰੇ ਲੋਕ ਉਹ ਜਿਹੜੇ ਪੀਆਰ ਨੇ ਇੱਥੇ ਜਾਂ ਉਹ ਕੈਨੇਡੀਅਨ ਸਿਟੀਜ਼ਨ ਵੀ ਹੋ ਚੁੱਕੇ ਆ, ਉਹ ਆਪਣੇ ਮਾਪਿਆਂ ਨੂੰ ਸੱਦਦੇ ਆ, ਪਰ ਉਹਨਾਂ ਦੀ ਲੋਟਰੀ ਕਦੇ ਨਿਕਲੀ ਨਹੀਂ, ਉਹ ਸੁਪਰ ਵੀਜ਼ੇ ਤੇ ਸੱਦ ਲੈਂਦੇ ਆ। ਇੰਸ਼ੋਰੈਂਸ ਉਹਨਾਂ ਨੇ ਇੱਕ ਵਾਰੀ ਲੈ ਲਈ, ਪਰ ਉਹਨਾਂ ਦਾ ਪਿਛਲੇ ਪ੍ਰੋਗਰਾਮ ਤੋਂ ਬਾਅਦ ਇੱਕ ਸਵਾਲ ਆਇਆ ਸੀ, ਇਹ ਦੱਸਿਓ ਕਿ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈਣ ਤੋਂ ਬਾਅਦ ਵੀ ਕੋਸਟ ਬਾਅਦ ਦੇ ਵਿੱਚ ਵੱਧ ਜਾਂਦੀ ਹੈ ਜੀ? ਹਾਂਜੀ ਬਿਲਕੁਲ ਜੀ, ਸਪੈਸ਼ਲੀ ਜਿਹੜੀਆਂ ਕਵਰੇਜ ਨੇ ਜੋ ਅਸੀਂ ਮੰਥਲੀ ਆਪਸ਼ਨ ਚੂਜ਼ ਕਰਦੇ ਹਾਂ, ਹੁਣ ਮੰਥਲੀ ਆਪਸ਼ਨ ਵੀ ਅਵੇਲੇਬਲ ਹੈਗੀਆਂ ਨੇ, ਉਹਨਾਂ ਵਿੱਚ ਜਿਹੜੀ ਹੈਗੀਆਂ ਨੇ, ਜੇ ਆਪਾਂ ਐਗਜ਼ਾਮਪਲ ਗੱਲ ਕਰਦੇ ਹਾਂ ਵੀ ਜੇ ਐਗਜ਼ਾਮਪਲ ਕਿਸੇ ਦੀ ਜਨਵਰੀ 'ਚ ਬਰਥਡੇ ਆ, ਠੀਕ ਹੈ ਜੀ, ਉਹਨਾਂ ਨੇ ਹੁਣ ਪਾਲਿਸੀ ਅੱਜ ਲੈ ਲਈ ਸੁਪਰ ਵੀਜ਼ਾ ਕਰਾਉਣ ਵਾਸਤੇ। ਹੁਣ ਐ ਵੀ ਜੇ ਉਹ ਕਹਿੰਦੇ ਵੀ ਅਸੀਂ ਹੁਣ ਨਹੀਂ ਆਉਣਾ, ਅਸੀਂ ਆਵਾਂਗੇ ਫੈਬਰਰੀ 'ਚ ਆਵਾਂਗੇ, ਡੇਟ ਅੱਗੇ ਕਰ ਦਿਓ। ਪਹਿਲਾਂ ਡੇਟ ਸੀਗੀ ਕਿਉਂਕਿ ਜਨਵਰੀ 'ਚ ਬਰਥਡੇ ਆ, ਦਸੰਬਰ ਤੱਕ ਡੇਟ ਸੀਗੀ, ਹੁਣ ਦਸੰਬਰ ਤੋਂ ਅਸੀਂ ਡੇਟ ਕਰਤੀ ਜਨਵਰੀ। ਜਦੋਂ ਜਨਵਰੀ 'ਚ ਅੱਗੇ ਚੇਂਜ ਕਰਨ ਲੱਗੇ, ਉਹ ਫਰਕ ਪੈ ਗਿਆ ਕਿਉਂਕਿ ਏਜ ਵੱਧ ਗਈ। ਏਜ ਵਧਣ ਨਾਲ ਉਹਨਾਂ ਦੀ ਫਿਰ ਹੁਣ ਕਿਸ਼ਤ ਜਿਹੜੀ ਨੈਕਸਟ ਕਿਸ਼ਤਾਂ ਜਾਣਗੀਆਂ, ਜੇ ਐਗਜ਼ਾਮਪਲ ਕਿ 60 ਸਾਲ ਸੀ, ਹੁਣ 61 ਸਾਲ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਕਿਸ਼ਤ ਚੱਕੀ ਜਾ ਰਹੀ ਅਗਲੀ ਵਾਲੀ। ਬਿਲਕੁਲ ਇਹ ਪਾਲਿਸੀ ਲਈ ਵੀ ਹੋਈ ਹੈ, ਕਈਆਂ ਦੇ ਜਿਹੜੀਆਂ ਸਾਰਿਆਂ ਦੇ ਨਹੀਂ ਵੱਧਦੀ ਇਹ ਚੀਜ਼, ਪਰ ਕਈਆਂ ਦੇ ਜਿਹੜੀਆਂ ਮੰਥਲੀ ਕਿਸ਼ਤਾਂ ਵਾਲੀਆਂ ਉਹ ਜਿਹੜੀਆਂ ਕੰਪਨੀਜ਼ ਨੇ ਉਹ ਵਧਾ ਦਿੰਦੀਆਂ ਨੇ। ਤੇ ਇਸੇ ਕਰਕੇ ਵੀ ਜਦੋਂ ਵੀ ਚੀਜ਼ ਲੈਣੀ ਆ, ਹੁਣ ਅਸੀਂ ਇਹ ਨਾ ਦੇਖੀਏ ਵੀ ਅੱਜ ਦੀ ਕਿਸ਼ਤ ਇੰਨੀ ਆ, ਉਸ ਤੋਂ ਬਾਅਦ ਇਹ ਵੀ ਦੇਖੀਏ ਵੀ ਹੋਰ ਨਾਲ ਇਹਦੇ ਹੋਰ ਨਾਲ ਕੋਈ ਅਟੈਚ ਤਾਂ ਨਹੀਂ ਚੀਜ਼ਾਂ ਹੈਗੀਆਂ, ਉਹ ਵੀ ਸਾਨੂੰ ਬਾਅਦ 'ਚ। ਹੁਣ ਇੱਕੋ ਹੀ ਅਮਾਊਂਟ ਦੇਖਿਆ ਵੀ ਇਹ 1100 ਦੀ ਹੈ ਤੇ 1000 ਵਾਲੀ ਲੈ ਲਈ, 1000 ਵਾਲੀ ਵਧੀਆ, ਪਰ ਕਈ ਵਾਰੀ ਉਹਦੇ 'ਚ ਇਹੋ ਜਿਹੀਆਂ ਕੁੰਡੀਆਂ ਹੈਗੀਆਂ ਵੀ ਉਹ 1100 ਦੀਆਂ 1200 'ਚ ਪੈ ਜਾਣੀ ਸਾਨੂੰ। ਉਹੀ ਕਹਾਵਤ ਹੈ ਵੀ ਜਿਹੜੀ ਮਹਿੰਗਾ ਰੋਵੇ ਇੱਕੋ ਵਾਰ ਤੇ ਸਸਤਾ ਰੋਵੇ ਵਾਰ-ਵਾਰ। ਬਿਲਕੁਲ ਸਹੀ। ਅੱਛਾ, ਹੁਣ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਫਿਰ ਇਹਦਾ ਮਤਲਬ ਜਿੰਨੇ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈਂਦੀ ਨੇ, ਉਹ ਕਿਹੜੇ ਸਵਾਲ ਕਰਨ? ਮੰਨ ਲਓ ਤੁਹਾਡੇ ਕੋਲ ਹੀ ਆ ਗਏ, ਬਹੁਤ ਜ਼ਰੂਰੀ ਹੋਣਾ ਹੈ ਕਿ ਜਿਹੜੀ ਆਪਾਂ ਪ੍ਰੋਡਕਟ ਖਰੀਦਣ ਲੱਗੇ ਆ, ਆਮ ਤੌਰ ਤੇ ਪਤਾ ਨਹੀਂ ਹੁੰਦਾ ਜੇ ਅਸੀਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈਣਾ ਹੈ। ਮੰਨ ਲਓ ਮੇਰੇ ਵਰਗੇ ਕੋਲੇ ਇੱਕੋ ਹੀ ਇੰਸ਼ੋਰੈਂਸ ਕੰਪਨੀ ਆ, ਲਓ ਜੀ ਕਰਤੀ, ਉਹ 1200 ਚ ਕਹਿੰਦੇ ਸੀ, ਮੇਰੇ ਕੋਲ ਤਾਂ 1000 ਵਾਲੀ ਹੈ ਜੀ। ਕਿਹੜੇ ਸਵਾਲ ਪੁੱਛੇ ਜਾਣ ਜੀ, ਜ਼ਰੂਰੀ ਕਿਹੜੇ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਉਹਨਾਂ ਦੀ ਸਿਹਤ ਬਾਰੇ ਦੱਸੋ। ਅੱਛਾ, ਸਿਹਤ ਤੋਂ ਫਿਰ ਪਤਾ ਲੱਗ ਗਿਆ ਵੀ ਉਸ ਤੋਂ ਬਾਅਦ ਪੁੱਛੋ ਵੀ ਜਿਹੜੀਆਂ ਕਈ ਵਾਰੀ ਕੰਪਨੀ ਇੱਕ ਕਲੇਮ ਦੇਣਗੀਆਂ, ਇੱਕ ਤੋਂ ਬਾਅਦ ਦੂਜਾ ਕਲੇਮ ਹੋਗਾ, ਫਿਰ ਕੀ ਹੋਊਗਾ, ਫਾਲੋਅਪ ਵਾਸਤੇ ਕਿੰਨੇ ਪੈਸੇ ਹੈਗੇ ਨੇ। ਅੱਛਾ ਜੀ। ਕਈ ਕੰਪਨੀਆਂ ਦੇ ਫਾਲੋਅਪ ਹੈਗਾ ਹੀ ਨਹੀਂ ਬਿਲਕੁਲ, ਕਈਆਂ ਦੇ ਕੈਪ ਹੈਗਾ, ਉਹ ਕਹਿਣਗੇ ਵੀ ਅਸੀਂ $3500 ਤੱਕ ਜਾਂ $3000 ਤੱਕ ਪੈਸੇ ਦੇਣੇ ਜੇ ਫਾਲੋਅਪ, ਜੇ ਕਲੇਮ ਵਾਸਤੇ ਫਾਲੋਅਪ ਹੈਗਾ। ਕਈਆਂ ਦੇ ਮੈਡੀਕੇਸ਼ਨ ਵਾਸਤੇ ਵੀ ਕੈਪ ਹੈਗਾ, ਉਹ ਕਹਿੰਦੇ ਵੀ ਇੰਨੀ ਦਵਾਈਆਂ ਤੁਸੀਂ ਲੈ ਸਕਦੇ, ਉਸ ਤੋਂ ਬਾਅਦ ਤੁਸੀਂ ਦਵਾਈਆਂ ਨਹੀਂ ਹੋਰ ਲੈ ਸਕਦੇ। ਕਈਆਂ 'ਚ ਅਨਲਿਮਿਟਿਡ ਹੈ ਸਾਰੀਆਂ ਚੀਜ਼ਾਂ। ਹੁਣ ਇਹ ਵੀ ਇਹ ਚੀਜ਼ਾਂ ਸਾਨੂੰ ਦੇਖਣ ਦੀ ਲੋੜ ਹੈ ਵੀ ਵਾਕਿਆ ਜਦੋਂ ਹੁਣ ਕੱਲ੍ਹ ਨੂੰ ਕਲੇਮ ਆ ਗਿਆ, ਫਿਰ ਇਹ ਸਾਡੀਆਂ ਕਵਰੇਜ ਜਿਹੜੀਆਂ ਹੈਗੀਆਂ ਨੇ, ਇਹ ਸਾਡੇ ਵਾਸਤੇ ਢੁਕਵੀਆਂ ਹੈਗੀਆਂ ਕਿ ਨਹੀਂ ਹੈਗੀਆਂ। ਇਹ ਕਵਰੇਜ ਜਿਹੜੀਆਂ ਹੈਗੀਆਂ ਸਾਨੂੰ ਪਤਾ ਵੀ ਹੁਣ ਜੇ ਇੱਕ ਵਾਰੀ ਕਲੇਮ ਆ ਗਿਆ, ਦੂਜਾ ਕਲੇਮ ਆ ਗਿਆ, ਤਾਂ ਫਿਰ ਕੀ ਹੋਊਗਾ। ਫਿਰ ਉਸ ਤੋਂ ਬਾਅਦ ਪੁੱਛੋ ਵੀ ਜਿਹੜੇ ਖਰਚੇ ਨੇ, ਹੋਰ ਖਰਚੇ ਤਾਂ ਨਹੀਂ ਪੈਣੇ ਤੇ ਕੋਈ ਡੇਟ ਚੇਂਜ ਦਾ, ਕੋਈ ਕੈਂਸਲੇਸ਼ਨ ਦਾ, ਅਸੀਂ ਪਾਲਿਸੀ ਕੈਂਸਲ ਕਰਾਉਣੇ ਆ, ਸਾਡਾ ਮਨ ਚੇਂਜ ਹੋ ਗਿਆ ਆਉਣ ਦਾ, ਫਿਰ ਉਹਦੇ ਖਰਚੇ ਹੈਗੇ ਕਿ ਨਹੀਂ ਹੈਗੇ। ਫਿਰ ਉਸ ਤੋਂ ਬਾਅਦ ਜੇ ਸਾਰੀਆਂ ਚੀਜ਼ਾਂ ਤੁਸੀਂ ਐਡ ਕਰ ਲਈਆਂ, ਫਿਰ ਉਸ ਤੋਂ ਬਾਅਦ ਕਈ ਵਾਰੀ ਇਹ ਵੀ ਹੁੰਦਾ ਵੀਜ਼ਾ ਲੱਗ ਗਿਆ ਵੀ ਅਸੀਂ ਤਾਂ ਆਉਣਾ ਨਹੀਂ, ਉਹਨਾਂ ਨੇ ਜੀ ਪਾਲਿਸੀ ਕੈਂਸਲ ਕਰ ਦਿਓ, ਫਿਰ ਵੀ ਤੁਹਾਡੇ 100% ਰਿਫੰਡ ਹੋ ਸਕਦਾ ਜੇ ਪਾਲਿਸੀ ਇਫੈਕਟਿਵ ਨਹੀਂ ਹੋਈ, ਜਾਂ ਆਉਣ ਤੋਂ ਬਾਅਦ ਵੀ ਕਹਿਣ ਵੀ ਨਹੀਂ ਵੀ ਅਸੀਂ ਪਾਲਿਸੀ ਕੈਂਸਲ ਕਰਨੀ, ਸਾਨੂੰ ਲੋੜ ਨਹੀਂ ਹੈਗੀ, ਫਿਰ ਵੀ ਤੁਸੀਂ ਪਾਲਿਸੀ ਕੈਂਸਲ ਕਰ ਸਕਦੇ ਹੋ। ਹੁਣ ਕਈਆਂ 'ਚ ਕਾਟ ਹੈਗੀ ਆ, ਕਈਆਂ 'ਚ ਕੋਈ ਕਾਟ ਨਹੀਂ ਹੈਗੀ। ਪਰ ਇਹ ਚੀਜ਼ਾਂ ਦੀ ਹੁਣ ਇੱਕ ਵਾਰੀ ਇਹ ਵੀ ਹੁੰਦਾ ਵੀ ਨਾਲ ਹੋਰ ਆਪਾਂ ਜਿੱਦਾਂ ਗੱਲਾਂ ਜਿਹੜੀਆਂ ਕੁਐਸਚਨ ਸਾਨੂੰ ਆਉਂਦੇ ਨੇ, ਉਹੀ ਆਪਾਂ ਗੱਲ ਸ਼ੇਅਰ ਕਰਦੇ, ਸਾਰਿਆਂ ਦੇ ਉਹੀ ਕੁਐਸਚਨ ਹੋਏ। ਕਈਆਂ ਦੇ ਜ਼ਿਹਨ 'ਚ ਇਹ ਹੁੰਦਾ ਮੇਰਾ ਆਹ ਕੁਐਸਚਨ ਸੀ। ਕਈ ਵਾਰੀ ਆਉਂਦਾ ਕੰਪਨੀ ਭੱਜ ਜੂਗੀ, ਤਾਂ ਭੱਜ ਤਾਂ ਨਹੀਂ ਜਾਊਗੀ ਜੀ, ਕਲੇਮ ਸਾਨੂੰ ਮਿਲ ਜੂ। ਇਹ ਤਾਂ ਕਾਮਨ ਜਿਹਾ ਸਵਾਲ ਹੋਣਾ ਜੀ, ਕੰਪਨੀ ਭੱਜੂਗੀ ਤਾਂ ਨਹੀਂ ਜੀ? ਹਾਂਜੀ, ਉਹ ਕਈ ਵਾਰੀ ਅਸੀਂ ਆਪ ਜੇ ਕਿਸੇ ਇੱਕ ਦੂਜੇ ਨੂੰ ਕਹਿੰਦਾ ਮੈਂ ਕਿਹੜੀ ਕਿਸ਼ਤ ਲਈ, ਕਿੰਨੀ ਕਿਸ਼ਤ ਦੇਣਾ, ਉਹ ਕਹਿੰਦਾ 1000 ਵਾਲੀ ਲਈ ਆ, ਉਹ ਕਹਿੰਦਾ 1000 ਵਾਲੀ ਕੰਪਨੀ ਦਾ ਲੱਗਦਾ ਭੱਜ ਜੂਗੀ, ਇਹਨਾਂ ਨੇ ਕਲੇਮ ਨਹੀਂ ਦੇਣਾ। ਹੁਣ ਉਹ ਕਹਿੰਦਾ ਮੈਂ ਤਾਂ ਦੇਣਾ 1500, ਵੀ ਮੇਰੀ ਕੰਪਨੀ ਤਗੜੀ ਹੈ, ਵੀ ਤੇਰੀ 1000 ਵਾਲੀ ਕੰਪਨੀ ਮਾੜੀ ਹੈ। ਪਰ ਗੱਲ ਹੈ ਵੀ 1000 ਵਾਲੀ ਦੀ ਸਿਹਤ ਬਿਲਕੁਲ ਸਾਰਾ ਕੁਝ ਵਧੀਆ, ਤਾਂ ਉਹਨੇ ਤਾਂ 1000 ਵਾਲੀ ਲੈ ਲਈ ਕਿਉਂਕਿ ਉਹ ਕੰਮ ਕਰੂਗੀ ਕਿਉਂਕਿ ਸਾਰੀ ਸਿਹਤ ਵਧੀਆ ਸੀ। ਹੁਣ ਜਿਹੜੀ 1500 ਵਾਲੀ ਆ, ਉਹਦੇ 'ਚ ਇਹ ਹੈਗਾ ਵੀ ਠੀਕ ਹੈ, ਕੋਈ ਢਿੱਲ ਮੱਠ ਸੀਗੀਆਂ, ਪੁਰਾਣੀਆਂ ਤਕਲੀਫਾਂ ਕੋਈ ਵੀ ਸੀਗੀਆਂ ਜਿਹੜੀਆਂ ਐਜ਼ ਲੌਂਗ ਐਜ਼ ਸਟੇਬਲ ਸੀ ਸਾਰੀਆਂ ਤਕਲੀਫਾਂ, ਉਹ ਇਸ ਕਰਕੇ ਤਾਂ ਮਹਿੰਗੀ ਹੈ ਕਿਉਂਕਿ ਉਹ ਵੀ ਪੁਰਾਣੀਆਂ ਤਕਲੀਫਾਂ ਕਵਰ ਕਰੂਗੀ। ਤਾਂ ਇਹ ਚੀਜ਼ਾਂ ਦਾ ਜਿਹੜੀਆਂ ਕੋਸਟ 'ਤੇ ਵੀ ਫਰਕ ਪੈਂਦਾ, ਕੁਐਸਚਨਾਂ 'ਤੇ ਵੀ ਫਰਕ ਪੈਂਦਾ। ਉਹਨਾਂ ਦੀ ਸਿਹਤ ਬਿਲਕੁਲ ਜ਼ਰੂਰ ਦੱਸੋ, ਸਾਰਿਆਂ ਨਾਲੋਂ ਜਿਹੜਾ ਇੰਪੋਰਟੈਂਟ ਚੀਜ਼ ਜਿਹੜੀ ਇਹ ਹੈਗੀ ਹੈ। ਪਰ ਇਹ ਨਾ ਸੋਚੋ ਕਿ ਕਿਸੇ ਕੋਲੇ 1000 ਵਾਲੀ ਆ ਉਹ ਮਾੜੀ ਪਾਲਿਸੀ ਹੋਣੀ ਆ ਜਾਂ ਉਹ ਮਾੜੀ ਕੰਪਨੀ ਹੋਣੀ ਆ। ਇਹ ਹੈ ਵੀ ਉਹ ਬੰਦੇ ਦੀ ਸਿਹਤ ਕਿੰਨੀ ਹੈ, ਉਹਦੀ ਉਮਰ ਕਿੰਨੀ ਹੈ, ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ। ਬਿਲਕੁਲ ਜੀ ਬਿਲਕੁਲ। ਨਾਲੇ ਕਈ ਵਾਰੀ ਇਹ ਹੁੰਦਾ ਕਈਆਂ ਕੋਲ ਸਾਰੀਆਂ ਨਹੀਂ ਪਾਲਿਸੀ ਹੁੰਦੀਆਂ, ਉਹ ਕਹਿੰਦਾ ਜੀ ਆਹ ਤਾਂ ਕੰਪਨੀ ਕੋਵਿਡ ਟਾਈਮ ਭੱਜ ਗਈ ਸੀਗੀ ਜੀ, ਇਹ ਕੰਪਨੀ ਦਾ ਜੀ ਕੋਵਿਡ ਟਾਈਮ ਕੁਛ ਹੋ ਗਿਆ। ਵੀ ਫਿਰ ਉਹਨੂੰ ਪੁੱਛੋ ਭਾਈ ਲਿਖਤੀ ਰੂਪ ਵੀ ਤੇਰੇ ਕੋਲੇ ਹੈਗਾ, ਜਾਂ ਤੂੰ ਦੱਸ ਵੀ ਤੇਰਾ ਕੋਈ ਕਲੇਮ ਡਿਨਾਈ ਹੋਇਆ ਕਦੀ, ਜਾਂ ਤੂੰ ਕਿੰਨੇ ਕਲੇਮ ਦਵਾਏ ਨੇ,
ਇਹ ਚੀਜ਼ਾਂ ਪੁੱਛਣ ਦੀ ਲੋੜ ਹੈ। ਭਾਈ ਮੈਨੂੰ ਦੱਸੋ ਕਿੰਨੇ ਕਲੇਮ ਹੁਣ ਤੱਕ ਦਵਾਏ ਨੇ, ਜਾਂ ਕਲੇਮ ਤੁਸੀਂ ਲਏ ਤੇ ਤੁਸੀਂ ਪ੍ਰੋਸੈਸ 'ਚ ਹੈਲਪ ਕਰਦੇ ਕਿ ਨਹੀਂ ਕਰਦੇ। ਉਦੋਂ ਬਾਅਦ ਸਰਵਿਸ ਸ਼ੁਰੂ ਹੁੰਦੀ। ਜਦੋਂ ਪਾਲਿਸੀ ਲੈਣੀ ਤਾਂ ਬਹੁਤ ਸੌਖੀ ਹੈ, ਪਰ ਜਿਹੜਾ ਬਾਅਦ ਦਾ ਜਿਹੜਾ ਪ੍ਰੋਸੈਸ ਹੈ ਕਲੇਮ ਦਾ, ਉਹ ਸਾਰਿਆਂ ਨਾਲੋਂ ਔਖਾ। ਤੇ ਜਿਹੜੀਆਂ ਉਦੋਂ ਹੀ ਸਾਰੀਆਂ ਚੀਜ਼ਾਂ ਪਹਿਲਾਂ ਕਲੀਅਰ ਕੀਤੀਆਂ ਹੋਣ, ਫਿਰ ਬਾਅਦ 'ਚ ਨਾਲ ਇਹ ਵੀ ਹੈ ਲਿਖਤੀ ਰੂਪ 'ਚ ਚੀਜ਼ਾਂ ਲਓ, ਕਵਰੇਜ ਕਿਹੜੀਆਂ ਹੈਗੀਆਂ। ਇੱਕ ਤਾਂ ਮੂੰਹ ਜ਼ਬਾਨੀ ਕਹਿ ਤਾਂ ਸਾਰਾ ਕੁਝ ਵਧੀਆ ਜੀ ਹੈਗਾ ਸਾਰਾ ਕੁਝ, ਉਦੋਂ ਬਾਅਦ ਤੁਹਾਨੂੰ ਵੀ ਪਤਾ ਹੋਣਾ ਜਿਹੜਾ ਪੇਪਰ ਪ੍ਰਿੰਟ ਕਰਕੇ ਲੈਣ ਬਾਏ ਲੈਣ ਵੀ ਆਹ ਚੀਜ਼ ਕਵਰ, ਆਹ ਚੀਜ਼ ਕਵਰ, ਤੁਹਾਨੂੰ ਪਤਾ ਹੋਵੇ। ਜਿਹੜੀ ਚੀਜ਼ ਨਹੀਂ ਕਵਰ, ਵੀ ਸਾਨੂੰ ਪਤਾ ਵੀ ਆਹ ਚੀਜ਼ ਨਹੀਂ ਕਵਰ ਹੈ, ਕਿਉਂਕਿ ਸਾਡੇ ਕੋਲ ਆਪਸ਼ਨ ਹੈ ਜੇ ਮਹਿੰਗੀ ਵਾਲੀ ਕੰਪਨੀ ਲੈਣੀ ਹੈ ਉਹਦੇ 'ਚ ਆਹ ਚੀਜ਼ਾਂ ਕਵਰ ਨੇ। ਹੋ ਸਕਦਾ ਮੈਂ ਥਿੰਦ ਸਾਹਿਬ ਗਲਤ ਹੋਵਾਂ, ਇੰਸ਼ੋਰੈਂਸ ਲੈਣੀ ਤਾਂ ਵੱਡੀ ਗੱਲ ਹੈ। ਅਸੀਂ ਤਾਂ ਜੇ ਮੰਨ ਲਓ ਵੀ ਫੋਨ ਵੀ ਲੈ ਕੇ ਆਉਂਦੇ ਹਾਂ, ਅਸੀਂ ਫਾਈਡੋ ਨਾਲ, ਰੋਜਰਸ ਨਾਲ, ਟੈਲਸ ਨਾਲ, ਕਿਸੇ ਨਾਲ ਲੈ ਲਿਆ, ਉਹ ਬਹੁਤ ਸਾਰੇ ਪੇਪਰ ਸਾਨੂੰ ਕੱਢ ਕੇ ਫੜਾਉਂਦੇ ਆ, ਬਰੀਕ ਲਿਖਿਆ ਵੀ ਹੁੰਦਾ। ਉਹ 5-7 ਪੇਪਰ ਕਹਿੰਦੇ ਇੱਥੇ ਸਾਈਨ ਕਰ ਦਿਓ ਜੀ, ਅਸੀਂ ਸਾਈਨ ਕਰ ਦਿੰਦੇ ਹਾਂ। ਇਹ ਤਾਂ ਚਲੋ ਇੱਕ ਫੋਨ ਵਾਲੀ ਕਹਾਣੀ ਹੈ, ਕੋਈ 2 ਸਾਲਾਂ 'ਚ ਕੋਈ ਨਹੀਂ, ਪੈਸੇ ਦੇ ਦਿਆਂਗੇ 1000-1200 ਜੇ ਦੇਣਾ ਪੈ ਗਿਆ। ਅਸੀਂ ਤਾਂ ਕੋਈ ਪ੍ਰੋਪਰਟੀ ਖਰੀਦਦੇ ਹਾਂ, ਤੂੰ ਕਹਿੰਦਾ ਸਾਈਨ ਕਰਾ ਯਾਰ, ਕਿੱਥੇ ਕਰਾਉਣਾ ਪਤਾ ਹੈ, ਬਸ ਠੀਕ ਹੀ ਹੋਣਾ ਜੋ ਤੁਸੀਂ ਲਿਖ ਦਿੱਤਾ। ਇਹ ਸੱਚਾਈ ਹੈ ਨਾ ਜੀ। ਹੁਣ ਤੁਸੀਂ ਵੀ ਜਦੋਂ ਇੰਸ਼ੋਰੈਂਸ ਦੀ ਪਾਲਿਸੀ ਕਰਦੇ ਹੋ, ਹੁਣ ਹੋ ਸਕਦਾ ਕੋਈ ਬਰੋਕਰ ਦੱਸਦਾ ਨਾ ਹੋਵੇ, ਜਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਤੁਸੀਂ ਉਹ ਬੁੱਕਲੈਟ ਦਿੰਦੇ ਹੋ ਕਿ ਭਾਈ ਪੜ੍ਹ ਲਈ, ਤੁਹਾਨੂੰ ਲੱਗਦਾ ਕਿ 95% ਲੋਕ ਪੜ੍ਹਦੇ ਹੋਣਗੇ ਜੀ। ਮੈਂ ਇਸੇ ਗੱਲ ਤੋਂ ਮੈਨੂੰ ਹਾਸਾ ਆਉਂਦਾ। ਇੱਕ ਦਿਨ ਮੈਂ ਕਿਸੇ ਸੁਣਦਾ ਸੀਗਾ ਰੇਡੀਓ ਤੇ, ਉਹ ਕਹਿੰਦਾ ਜੀ ਮੈਂ ਸੁਪਰਵੀ ਦਾ ਸਪੈਸ਼ਲਿਸਟ ਆ। ਅੱਛਾ, ਮੈਂ ਡਾਕਟਰ ਤਾਂ ਸੁਣਿਆ ਸਪੈਸ਼ਲਿਸਟ। ਹਾਂਜੀ, ਤੇ ਮੈਂ ਮਨ 'ਚ ਸੋਚਿਆ ਵੀ, ਮੈਂ ਕਿਹਾ ਵੀ ਇਹ ਸਪੈਸ਼ਲਿਸਟ ਵਾਲੀ ਇਹਦੇ ਕੋਲ ਕੀ ਚੀਜ਼ ਆ ਗਈ ਵੀ, ਮੈਂ ਕਿਹਾ ਵੀ ਇਹਨੂੰ ਕੰਮ ਕੀਤੇ ਨਾ, ਜੋ ਮੈਂ ਕੀਤਾ ਉਹ ਇਹਨੇ ਕੀਤਾ, ਇਹ ਸਪੈਸ਼ਲਿਸਟ ਕਿੱਦਾਂ ਆਪਦੇ ਆਪ ਨੂੰ ਕਹਿ ਸਕਦਾ। ਪਰ ਗੱਲ ਉਹੀ ਹੈ ਵੀ ਗੱਲ ਆਪਦੇ ਆਪ ਨੂੰ ਸੌਦਾ ਕਿੱਦਾਂ ਵੇਚਣਾ। ਹੁਣ ਸਪੈਸ਼ਲਿਸਟ ਕਹਿਤਾ, ਹੁਣ ਲੋਕਾਂ ਨੂੰ ਤਾਂ ਕੀ ਪਤਾ ਵਿਚਾਰਿਆਂ ਨੂੰ। ਉਹ ਕਹਿੰਦਾ ਉਹ ਭਾਈ ਇਹ ਸਪੈਸ਼ਲਿਸਟ ਕਹਿੰਦਾ ਆਪਦੇ ਆਪ ਨੂੰ, ਭਾਵੇਂ ਸੱਚੀ ਸਪੈਸ਼ਲਿਸਟ ਹੋਵੇ, ਪਰ ਸਪੈਸ਼ਲਿਸਟ ਤਾਂ ਕਹਦਾ ਵੀ ਇੱਕ ਤੁਸੀਂ ਇੱਕ ਆਪਾਂ ਜਿੱਦਾਂ ਕਹਿੰਦੇ ਸੌਦਾ ਵੇਚਣ ਵਾਸਤੇ ਕੋਈ ਨਾ ਕੋਈ ਇੱਦਾਂ ਦੀ ਸ਼ੁਰਲੀ ਛੱਡ ਦਿਓ ਕਿ ਮੈਂ ਸਪੈਸ਼ਲਿਸਟ ਹਾਂ। ਪਰ ਨਹੀਂ, ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਫਿਰ ਮੈਂ ਉਹਨੂੰ ਪੁੱਛਿਆ ਭਾਈ ਨੂੰ, ਮੈਂ ਕਿਹਾ ਵੀ ਤੂੰ ਸਪੈਸ਼ਲਿਸਟ ਕਾਹਦਾ? ਕਹਿੰਦਾ ਜੀ ਮੈਂ ਕੌਂਟਰੈਕਟ ਪੜ੍ਹੇ ਸਾਰੇ। ਮੈਂ ਤਾਂ ਮੈਂ ਕਹਿੰਦਾ ਮਤਲਬ ਬਾਕੀ ਸਾਰੇ ਬਗੈਰ ਕੌਂਟਰੈਕਟ ਪੜ੍ਹਦਾ। ਤਾਂ ਇਹਦੇ ਕਰਕੇ ਸਾਰੀਆਂ ਕਹਾਵਤਾਂ ਜਿਹੜੀਆਂ ਗੱਲਾਂ ਨੇ, ਇਹ ਵਾਕਿਆ ਹੀ ਜਦੋਂ ਚੀਜ਼ਾਂ ਲੈਣੀਆਂ ਨੇ ਉਦੋਂ ਤੁਹਾਨੂੰ ਪੁੱਛੋ, ਤੇ ਨਾਲ ਤੁਸੀਂ ਇਨੀਸ਼ੀਅਲ ਕਰਾਓ ਵੀ ਵਾਕਿਆ ਹੀ ਆਹ ਚੀਜ਼ਾਂ ਗੱਲਾਂ ਕੀਤੀਆਂ ਵੀ ਇਹ ਚੀਜ਼ ਇੱਦਾਂ ਹੀ ਹੈ। ਪਾਲਿਸੀ ਵੀ ਇੱਦਾਂ ਹੀ ਹੈ, ਜੋ ਤੇ ਕਵਰੇਜ ਡੀਟੇਲ ਲਿਖੀ ਹੋਈ ਹੈ, ਕਿਉਂਕਿ ਉਹਦੇ 'ਚ ਕੁਐਸਚਨੇਅਰ ਨੇ ਜੀ। ਹੁਣ ਕੁਐਸਚਨੇਅਰ ਜਾਂ ਸਾਰੇ ਨੋ ਕਰਤੇ, ਜਾਂ ਕੋਈ ਨਹੀਂ ਹੈਗਾ ਉਹ ਵੀ ਅਸੀਂ ਨੋ ਕਰਤਾ, ਫਿਰ ਉਹ ਤਾਂ ਹੁਣ ਤੱਕ ਕੰਮ ਹੋ ਗਿਆ। ਉਹ ਕਹਿੰਦੇ ਕਿਹੜਾ ਲੋੜ ਪੈਣੀ ਹੈ, ਜੇ ਲੋੜ ਪਊਗੀ ਦੇਖੀ ਜਾਊਗੀ। ਪਰ ਗੱਲ ਹੈ ਵੀ ਜਦੋਂ ਪੈ ਗਈ ਲੋੜ, ਉਹ ਪਲੰਦਾ ਕੱਢ ਕੇ ਰੱਖ ਦੇਣਾ ਉਹਨਾਂ ਨੇ ਸਾਹਮਣੇ। ਫਿਰ ਕਹਿਣਾ ਉਦੋਂ ਤਾਂ ਆਹੀ ਕੀਤਾ ਸੀਗਾ ਜੀ ਆਪਾਂ, ਤੁਸੀਂ ਕਿਹਾ ਵੀ ਨੋ ਹੈ ਤੇ ਅਸੀਂ ਤਾਂ ਨੋ ਕਰਕੇ ਭੇਜਤਾ ਸੀਗਾ, ਇਹ ਤਾਂ ਤੁਸੀਂ ਜੋ ਦੱਸਿਆ ਸੀ ਤਾਂ ਉਹੀ ਕੀਤਾ ਜੀ। ਹੁਣ ਫਿਰ ਉਹੀ ਗੱਲ ਆਉਂਦੀ, ਗੱਲ ਤਾਂ ਜਦੋਂ ਪੰਗਾ ਪਵੇ ਉਦੋਂ ਆਵੇ। ਉੱਥੇ ਸਪੈਸ਼ਲਿਸਟ ਹੀ ਕਿਸੇ ਦੀ ਨਹੀਂ ਚੱਲਣੀ, ਉੱਥੇ ਸਪੈਸ਼ਲਿਸਟ ਫਿਰ ਉਹਨਾਂ ਕਹਿਣਾ ਵੀ ਅਸੀਂ ਤਾਂ ਜੋ ਤੁਸੀਂ ਕਿਹਾ ਸੀ ਅਸੀਂ ਉਹੀ ਪਾਏ। ਇਹ ਚੱਕਰ ਹੈ ਜੀ। ਅੱਛਾ, ਇੱਕ ਥਿੰਦ ਸਾਹਿਬ ਹੋਰ ਦੱਸਿਓ, ਆਮ ਤੌਰ ਤੇ ਆਪਾਂ ਵੇਖਦੇ ਹਾਂ, ਜਿਸ ਤਰ੍ਹਾਂ ਤੁਸੀਂ ਕਿ ਸੌਦਾ ਵੇਚਣ ਵਾਲੀ ਗੱਲ ਹੈ, ਮੰਨ ਲਓ ਮੇਰੇ ਕੋਲ ਕੋਈ ਮਹਿੰਗਾ ਪ੍ਰੋਡਕਟ ਹੈ, ਹੋ ਸਕਦਾ ਉਹ 'ਚ ਮੈਨੂੰ ਕਮਿਸ਼ਨ ਵੀ ਜ਼ਿਆਦਾ ਆਉਂਦਾ ਹੋਵੇ। ਇਹ ਹੁੰਦਾ ਜੀ ਕਿ ਇੰਸ਼ੋਰੈਂਸ ਬਰੋਕਰ ਉਹਨੂੰ ਜ਼ਿਆਦਾ ਛੇਤੀ ਨਾਲ ਜਾਂ ਪਹਿਲ ਦੇ ਆਧਾਰ ਤੇ ਵੇਚਣ ਦੀ ਕੋਸ਼ਿਸ਼ ਕਰਦਾ। ਬਿਲਕੁਲ, ਜਿਹੜੇ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਜਿਹੜੇ ਪ੍ਰੋਫੈਸ਼ਨਲੀ ਵਧੀਆ ਕੰਮ ਕਰਦੇ ਨੇ ਉਹ ਸਾਰੇ ਹੀ ਵਧੀਆ ਕੰਮ ਕਰਦੇ ਨੇ, ਪਰ ਮੈਂ ਨਹੀਂ ਕਹਿੰਦਾ ਵੀ ਜੇ ਕੋਈ। ਹਾਂ, ਇਸੇ ਕਰਕੇ ਇੰਡਸਟਰੀ ਰੈਗੂਲੇਟ ਕਰਦੀ ਹੈ। ਅੱਛਾ ਜੀ, ਇੰਡਸਟਰੀ ਕਹਿੰਦੀ ਹੈ ਵੀ ਹਾਂ ਹਰੇਕ ਬੰਦਾ ਲਾਲਚੀ ਤਾਂ ਹੋ ਜਾਂਦਾ ਜਦੋਂ ਦੇਖਣ ਨੂੰ, ਪਰ ਉਹਦਾ ਵੀ ਐਡਵਾਈਜ਼ਰ ਦਾ ਹੈਗਾ ਵੀ ਉਹਨੇ ਆਪਦੇ ਕਲਾਇੰਟ ਦਾ ਹਿੱਤ ਦੇਖਣਾ, ਨਾ ਕਿ ਆਪ ਦਾ ਹਿੱਤ ਦੇਖਣਾ। ਉਹਨੇ ਇਹ ਨਹੀਂ ਦੇਖਣ ਲੱਗ ਜਾਣਾ ਮੈਨੂੰ ਇੰਨੇ ਪੈਸੇ ਬਣ ਜਾਣਗੇ, ਦੇਖੀ ਤਾਂ ਇਹ ਨੋਟ ਹੀ ਗਿਣੀ ਆ ਮੈਨੂੰ ਇੰਨੇ ਬਣ ਜਾਣੇ ਇਸ ਪਾਲਿਸੀ ਵੇਚ ਤੇ। ਗੱਲ ਤਾਂ ਵੀ ਦੇਖਣਾ ਵੀ ਭਾਈ ਉਹਦੀ ਲੋੜ ਕੀ ਹੈ ਜੀ, ਉਹਦਾ ਬਜਟ ਕੀ ਹੈਗਾ। ਇੰਡਸਟਰੀ ਰੈਗੂਲੇਟਡ ਇੱਦਾਂ ਹੈ, ਜਦੋਂ ਮੈਂ ਤੁਹਾਨੂੰ ਕੋਈ ਚੀਜ਼ ਪ੍ਰਪੋਜ਼ ਕੀਤੀ, ਮੈਂ ਤੁਹਾਡੇ ਨਾਲ ਬੈਠਾ, ਤੁਹਾਡੇ ਪਰਿਵਾਰ ਬਾਰੇ ਜਾਣਿਆ, ਤੁਹਾਡੇ ਬਾਰੇ ਜਾਣਿਆ, ਮੈਂ ਕਿਹਾ ਵੀ ਬੈਨਪਾਲ ਸਾਹਿਬ ਤੁਹਾਨੂੰ ਆਹ ਚੀਜ਼ਾਂ ਦੀ ਲੋੜ ਆ, ਤੁਹਾਡੇ ਰਿਸਕ ਦੇ ਸਿਨੈਰੀਓ ਦੇ ਹਿਸਾਬ ਨਾਲ ਮੈਂ ਤੁਹਾਨੂੰ ਆਹ ਚੀਜ਼ਾਂ ਪ੍ਰਪੋਜ਼ ਕਰਦਾ ਜੀ। ਆਹ ਚੀਜ਼ਾਂ ਤੁਹਾਡੀ ਹੁਣ ਪਹਿਲ ਆ, ਇਹ ਤੁਸੀਂ ਉਦੋਂ ਬਾਅਦ ਲੈ ਸਕਦੇ ਹੋ ਵੀ ਸਾਰਾ ਕੰਮ ਇਹ ਨਹੀਂ ਇੱਕ ਦਿਨ ਹੀ ਅੱਜ ਹੀ ਕਰ ਦੇਣਾ, ਉਦੋਂ ਬਾਅਦ ਵੀ ਤੁਸੀਂ ਇਹ ਚੀਜ਼ਾਂ ਫੋਲੋਅਪ ਕਰ ਸਕਦੇ ਹੋ। ਫਿਰ ਮੈਂ ਇੱਕ ਚਿੱਠੀ ਬਣਾ ਕੇ ਦੇਣਾ, ਵਾਈ ਲੈਟਰ। ਅੱਛਾ, ਵਾਈ ਲੈਟਰ ਕੰਪਨੀ ਕੋਲ ਜਾਂਦੀ ਹੈ। ਫਿਰ ਮੈਂ ਦੱਸਦਾ ਬੈਨੀਪਾਲ ਸਾਹਿਬ ਵਾਸਤੇ ਵੀ ਬੈਨੀਪਾਲ ਸਾਹਿਬ ਦੀਆਂ ਆਹ ਕੰਡੀਸ਼ਨਾਂ ਸੀਗੀਆਂ, ਆਹ ਮੈਂ ਸਿਚੁਏਸ਼ਨ ਅਸੈਸ ਕੀਤੀ, ਫਿਰ ਜਿਹੜੀ ਅਸੀਂ ਚੀਜ਼ ਪ੍ਰਪੋਜ਼ ਕੀਤੀ ਹੈ ਉਹ ਮੈਂ ਵੱਧ ਕੀਤੀ ਸੀਗੀ। ਮੈਂ ਇਹਨਾਂ ਨੂੰ ਕਿਹਾ 2 ਮਿਲੀਅਨ ਦੀ ਕਵਰੇਜ ਦੀ ਲੋੜ ਹੈ, ਇਹਨਾਂ ਨੇ ਕਿਹਾ ਮੈਂ ਤਾਂ ਮਿਲੀਅਨ ਦੀ ਲੈਣੀ ਹੈ, 5 ਲੱਖ ਦੀ ਲੈਣੀ ਹੈ। ਫਿਰ ਮੈਂ ਲਿਖ ਕੇ ਉਹਨਾਂ ਨੂੰ ਭੇਜਿਆ, ਉਹ ਚਿੱਠੀ 'ਚ ਲਿਖਿਆ ਹੋਇਆ ਜੀ। ਹੁਣ ਜੇ ਮੈਂ ਉਸ ਚੀਜ਼ ਨੂੰ ਹੈਗੀ ਲੋੜ ਤਾਂ 2 ਮਿਲੀਅਨ ਦੀ, ਮੈਂ ਕਿਹਾ ਬੈਨੀਪਾਲ ਸਾਹਿਬ ਦੀ ਟਰਮ ਛੱਡੋ, ਇਹ ਤਾਂ $200 ਦੀ ਆਏ ਨਹੀਂ, ਤੁਸੀਂ ਸੇਵਿੰਗ ਵਾਲੇ ਪਾਸੇ ਚੱਲੋ, $1000 ਕਿਸ਼ਤ ਦਿਓ, ਠੀਕ ਆ, ਤੁਹਾਡੀ ਸੇਵਿੰਗ ਹੋਊਗੀ ਸਾਰੀ। ਹੁਣ ਮੈਂ ਤਾਂ ਤੁਹਾਡਾ ਚੱਕਰ ਘੁਮਾਤਾ, ਤੁਹਾਨੂੰ ਨੰਬਰ ਦਿਖਾਤੇ ਵੱਡੇ। ਹੁਣ ਮੈਨੂੰ ਪਤਾ ਵੀ ਜੇ ਮਹਿੰਗਾ ਕਮਿਸ਼ਨ, ਜਿਹੜੀ ਮਹਿੰਗੀ ਕਿਸ਼ਤ ਹੈ ਤਾਂ ਮਹਿੰਗਾ ਕਮਿਸ਼ਨ ਹੈ, ਤਾਂ ਗੱਲ ਉੱਥੇ ਸਿੱਧਾ ਹੀ ਆ ਗਈ ਗੱਲ। ਹੁਣ
ਫਿਰ ਉਹ ਉੱਥੇ ਫਿਰ ਮੈਂ ਆਪਦਾ ਨਿੱਜ ਦੇਖਿਆ, ਮੈਂ ਤੁਹਾਡਾ ਨਿੱਜ ਨਹੀਂ ਦੇਖਿਆ। ਇਸੇ ਕਰਕੇ ਜਦੋਂ ਵੀ ਪਾਲਿਸੀਆਂ ਲੈਣੀਆਂ ਨੇ ਆਉਂਦਾ ਹੀ ਰਹਿੰਦਾ, ਕਿਉਂਕਿ ਮੈਨੂੰ ਇੱਕ ਪਿਛਲੇ ਦਿਨ ਹੀ ਕਾਲ ਆਈ, ਕਹਿੰਦੇ ਜੀ ਵੀ ਸਾਨੂੰ $1 ਮਿਲੀਅਨ ਦੀ ਪਰਮਾਨੈਂਟ ਪਾਲਿਸੀ ਚਾਹੀਦੀ ਹੈ। ਮੈਂ ਕਿਹਾ ਵੀ ਤੁਹਾਡੀ ਉਮਰ ਕਿੰਨੀ? ਕਹਿੰਦਾ 27 ਸਾਲ ਦੀ ਉਮਰ। ਮੈਂ ਕਿਹਾ ਵੀ ਚਲੋ ਵੈਰੀ ਗੁੱਡ। ਮੈਂ ਕਿਹਾ ਤੈਨੂੰ ਪਰਮਾਨੈਂਟ ਬਾਰੇ ਕਿਉਂ ਸੋਚ ਰਿਹਾ? ਉਹੀ ਕਿਉਂ ਚਾਹੀਦੀ ਹੈ? ਉਹੀ ਮੈਂ ਕਿਹਾ ਤੇਰੇ ਕੋਲ ਟਾਈਮ ਹੈਗਾ ਮਿਲਣਾ? ਕਹਿੰਦਾ ਮਿਲਣ ਵਾਸਤੇ ਟਾਈਮ ਨਹੀਂ ਹੈਗਾ ਜੀ, ਮੈਂ ਤਾਂ ਫੋਨ ਤੇ ਕਰ ਦਿਓ ਤੇ ਮੈਨੂੰ ਪ੍ਰਾਈਸ ਦੇ ਦਿਓ। ਮੈਂ ਕਿਹਾ ਭਾਈ ਤੂੰ, ਮੈਂ ਕਿਹਾ ਵੀ ਸਬਜ਼ੀ ਖਰੀਦਣ ਲੱਗਿਆ? ਮੈਂ ਕਿਹਾ ਮੈਨੂੰ ਤੇਰੇ ਬਾਰੇ ਪਤਾ ਨਹੀਂ, ਨਾ ਮੈਨੂੰ ਪਤਾ ਤੇਰੀਆਂ ਜ਼ਰੂਰਤਾਂ ਕੀ ਨੇ, ਨਾ ਮੈਨੂੰ ਪਤਾ ਤੂੰ। ਮੈਂ ਕਿਹਾ ਤੈਨੂੰ ਪ੍ਰਾਈਸ ਵੀ ਦੱਸਦਾ, ਸ਼ਾਇਦ ਤੇਰੇ ਵਾਸਤੇ ਢੁਕਵੀਂ ਚੀਜ਼ ਹੀ ਨਾ ਹੋਵੇ। ਮੈਂ ਆਪਦੀ ਜੌਬ ਨਹੀਂ ਕੀਤੀ। ਕਹਿੰਦਾ ਜੀ ਇਹਦਾ ਮਤਲਬ ਤੁਸੀਂ ਮੈਨੂੰ ਪ੍ਰਾਈਸ ਨਹੀਂ ਦੱਸਣਾ ਚਾਹੁੰਦੇ? ਮੈਂ ਕਿਹਾ ਮੈਂ ਕਿਹਾ ਚੱਲ ਮੈਨੂੰ ਐਂ ਕਰ, ਤੈਨੂੰ ਆਪਦੇ ਬਾਰੇ ਥੋੜਾ ਹੋਰ ਦੱਸ। ਮੈਂ ਕਿਹਾ ਤੇਰੀ ਇਨਕਮ ਕਿੰਨੀ? ਕਹਿੰਦਾ 40,000। ਫਿਰ ਮੈਂ ਸੋਚਿਆ, ਮੈਂ ਕਿਹਾ ਤੇਰੀ ਕਿਸ਼ਤ $700 ਦੇ ਨੇੜੇ ਕਿਸ਼ਤ ਬਣਨੀ ਹੈ, ਤਾਂ ਮੈਂ ਕਿਹਾ ਇਜ਼ ਫੇਅਰ ਫॉर ਯੂ ਟੂ, ਮੈਂ ਕਿਹਾ ਤੇਰੀ ਇਨਕਮ ਦੇ ਹਿਸਾਬ ਨਾਲ ਸੋਚਦਾ, ਮੈਨੂੰ ਨਹੀਂ ਲੱਗਦਾ ਤੇਰੇ ਵਾਸਤੇ ਫੇਅਰ ਹੈਗੀ ਹੈ ਵੀ ਤੂੰ ਸੋਚਣ ਜਾਣਾ। ਮੈਂ ਕਿਹਾ ਹੁਣ ਉਹੀ ਗੱਲ ਆ, ਕਿਸੇ ਨੇ ਉਹਨੂੰ ਉੱਦਾਂ ਸੈੱਟ ਕਰਕੇ ਭੇਜਿਆ ਸੀ, ਆਹ ਲੈ ਤੂੰ ਇੰਨੇ ਪੈਸੇ ਤੇਰੇ 65 ਦੇ ਹੋ ਜਾਣਗੇ, ਇੰਨੇ ਨੰਬਰ ਤੇਰੇ ਉਦੋਂ ਹੋ ਜਾਣਗੇ। ਉਹ ਬੰਦਾ ਸੁਪਨਿਆਂ 'ਚ ਚਲਾ ਗਿਆ, ਹੁਣ ਉਹਨੂੰ ਆਮ ਰਿਐਲਿਟੀ ਬਾਰੇ ਉਹਨੂੰ ਪਤਾ ਨਹੀਂ ਲੱਗਣਾ ਵੀ ਮੇਰੇ ਕੋਲ ਹੋਰ ਆਪਸ਼ਨਾਂ ਕੀ ਸੀਗੀਆਂ। ਬਿਲਕੁਲ ਤੁਹਾਡੀ ਗੱਲ ਸਹੀ, ਇੱਦਾਂ ਹੁੰਦਾ ਆ। ਹੁਣ ਇਹ ਵੀ 6 ਮਹੀਨੇ ਸਾਲ ਕਿਸ਼ਤਾਂ ਦੇ ਕੇ ਉਹਨੇ ਹੰਭ ਜਾਣਾ। ਹੰਭਣ ਤੋਂ ਬਾਅਦ ਫਿਰ ਉਹਨੇ ਕਹਿਣਾ ਮੇਰੀ ਤਾਂ ਪਾਲਿਸੀ, ਮੈਨੂੰ ਤਾਂ ਵੀ ਗਲਤ ਪਾਲਿਸੀ ਮੇਰੇ ਗਲ ਪੈ ਗਈ, ਹੁਣ ਮੈਂ ਕਿੱਦਾਂ ਪੈਸੇ ਤਾਂ ਨਿਕਲਣੇ ਨਹੀਂ, ਹੁਣ ਜਿਹੜੇ ਗਏ ਤਾਂ ਗਏ। ਉਦੋਂ ਫਿਰ ਪੰਗਾ ਪੈਂਦਾ ਵੀ, ਉਸ ਕਰਕੇ ਉਦੋਂ ਕਹਿੰਦੇ ਵੀ ਸਾਨੂੰ ਤਾਂ ਫਿਰ ਜਦੋਂ ਅਸੀਂ ਆਪ ਲਾਲਚ ਕਰਦੇ ਹਾਂ, ਕਈ ਵਾਰੀ ਨੰਬਰ ਸਾਨੂੰ ਵਧੀਆ ਲੱਗਦੇ ਨੇ, ਫਿਰ ਇਹ ਵੀ ਪਹਿਲਾਂ ਸਮਝੋ ਸਾਡੀ ਜ਼ਰੂਰਤ ਕੀ ਹੈਗੀ ਹੈ, ਫਿਰ ਉਸ ਤੋਂ ਬਾਅਦ ਦੇਖੋ ਹਰੇਕ ਨੇ ਆਪਦੀ ਕਮਾਈ ਤਾਂ ਕਰਨੀ ਹੈ, ਪਰ ਤੁਸੀਂ ਇਹ ਦੇਖੋ ਤੁਹਾਡੇ ਵਾਸਤੇ ਢੁਕਵੀਂ ਚੀਜ਼ ਕੀ ਹੈ। ਫਿਰ ਤੁਸੀਂ ਇਹ ਜਿਹੜਾ ਵਾਇਲੇਟਰ ਜਿਹੜਾ ਕੰਮ ਹੈ, ਫਿਰ ਡਿਸਕਲੋਜ਼ਰ ਵੀ ਹੈ ਵੀ ਮੈਂ ਚੀਜ਼ ਦਿੱਤੀ ਕਿਉਂ ਬੈਨੀਪਾਲ ਸਾਹਿਬ ਨੂੰ। ਫਿਰ ਉਸ ਤੋਂ ਬਾਅਦ ਮੈਂ ਆਪਦੇ ਬਾਰੇ ਵੀ ਦੱਸਿਆ ਵੀ ਮੈਂ ਕੀ ਕਰਦਾ, ਹੋਰ ਕੀ ਕਰਦਾ। ਫਿਰ ਗਲਤੀਆਂ ਦੇ ਚਾਂਸ ਘੱਟ ਹੋ ਜਾਂਦੇ। ਇੰਡਸਟਰੀ ਤਾਂ ਹੈ ਰੈਗੂਲੇਟਡ, ਪਰ ਕਈ ਵਾਰੀ ਜਦੋਂ ਕੋਈ ਪੰਗਾ ਪੈ ਜਾਂਦਾ, ਕੋਈ ਸ਼ਿਕਾਇਤ ਕਹਿ ਦੇਵੇ। ਹੁਣ ਜਿੱਦਾਂ ਐਗਜ਼ਾਮਪਲ ਮੈਂ ਤੁਹਾਨੂੰ ਕਿਹਾ ਵੀ ਲੋੜ ਤਾਂ 2 ਮਿਲੀਅਨ ਦੀ ਸੀਗੀ, ਪਰ ਮੈਂ ਤੁਹਾਨੂੰ ਦੂਜੇ ਪਾਸੇ ਲੈ ਗਿਆ, ਤੁਸੀਂ ਪਰਮਾਨੈਂਟ ਲਓ 5 ਲੱਖ ਦੀ ਛੱਡੋ ਪਰੇ, 2 ਮਿਲੀਅਨ ਦੀ ਛੱਡੋ। ਹੁਣ ਜੇ ਕੱਲ੍ਹ ਨੂੰ ਤੁਹਾਡੀ ਸਿਹਤ ਖਰਾਬ ਹੋ ਗਈ, ਹੁਣ ਤੁਸੀਂ ਹੋਰ ਇੰਸ਼ੋਰੈਂਸ ਨਹੀਂ ਲੈ ਸਕਦੇ। ਉਦਣ ਤਾਂ 2 ਮਿਲੀਅਨ ਦੀ ਲੈ ਸਕਦੇ ਸੀਗੇ, ਅੱਜ ਹੁਣ ਹੋਰ ਕੋਈ ਇੰਸ਼ੋਰੈਂਸ ਨਹੀਂ ਲੈ ਸਕਦੇ। ਹੁਣ ਗਲਤੀ ਕਹਿੰਦੀ ਹੈ ਮੇਰੀ ਗਲਤੀ ਹੈ। ਜੇ ਮੈਂ ਉਦਣ ਦੱਸਦਾ ਤੁਹਾਨੂੰ ਬੈਨੀਪਾਲ ਸਾਹਿਬ 2 ਦੀ ਅੱਜ ਲੈ ਲਓ, ਤੁਹਾਡੀ ਬਾਅਦ ਚੋਂ ਤਾਂ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਭਾਵੇਂ ਇਹਨੂੰ ਕਨਵਰਟ ਕਰ ਲਿਆ ਜੇ, ਪਰ ਅੱਜ ਤਾਂ 2 ਦੀ ਲਓ ਤੁਸੀਂ। ਪਰ ਹੁਣ ਹਾਂ ਉਦੋਂ ਫਿਰ ਤੁਸੀਂ ਮੈਂ ਕਹੋ ਵੀ ਉਦੋਂ ਤੋਂ ਮੈਨੂੰ ਲੈਣ ਨਹੀਂ ਦਿੱਤੀ, ਫਿਰ ਮੈਂ ਉਸ ਚੀਜ਼ ਦਾ ਮੈਂ ਦੇਣਦਾਰ ਹਾਂ ਉਸ ਚੀਜ਼ ਦਾ। ਪਰ ਇਹ ਹੁੰਦਾ ਹੈ ਅਕਸਰ ਇੰਡਸਟਰੀ 'ਚ। ਬਿਲਕੁਲ ਆਪਣਾ ਜੇ ਵੀ ਅਸੀਂ ਉਸ ਚੀਜ਼ ਨੂੰ ਪੈਰਵਾਈ ਨਹੀਂ ਕਰਦੇ, ਕਿਉਂਕਿ ਅਸੀਂ ਫੋਲੋਅਪ ਨਹੀਂ ਕਰਦੇ, ਗਲਤ ਹੈਗਾ ਜੋ ਛੱਡੋ। ਪਰ ਜਿੱਦਾਂ ਆਪਾਂ ਟਰੈਵਲ ਇੰਸ਼ੋਰੈਂਸ ਦੀ ਗੱਲ ਕੀਤੀ, ਕਈਆਂ ਕੋਲੇ ਹੋਣੀ, ਉਹਨਾਂ ਨੂੰ ਪਤਾ ਹੀ ਨਹੀਂ ਸਟੂਡੈਂਟਸ ਨੂੰ ਵੀ ਮੈਂ ਇਹ ਚੀਜ਼ ਨੂੰ ਕਿੱਦਾਂ ਵਰਤ ਸਕਦਾ ਹੈਗਾ। ਹੁਣ ਉੱਦਾਂ ਹੀ ਇਹ ਜੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਹੁਣ ਕਿੱਥੇ ਜਾਈਏ, ਕਿਹਨੂੰ ਫੋਲੋਅਪ ਕਰੀਏ, ਕਿੱਦਾਂ ਇਸ ਚੀਜ਼ ਨੂੰ ਅਸੀਂ ਪਰਸਿਊ ਕਰੀਏ। ਜੀ ਥਨ ਸਾਹਿਬ, ਮੈਂ ਵੇਖ ਰਿਹਾ ਕਿ ਤਕਰੀਬਨ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਸੁਨੇਹਾ ਜਾਂ ਕਿਵੇਂ ਤੁਹਾਨੂੰ ਲੱਭਣ, ਕਿਵੇਂ ਸੰਪਰਕ ਕਰਨ, ਉਹ ਦਿੱਤਾ ਜਾ ਸਕਦਾ ਹੈ? ਹਾਂਜੀ ਬਿਲਕੁਲ, ਸਾਨੂੰ ਲੱਭਣਾ ਸੌਖਾ ਹੈ ਜੀ। ਥਿੰਕ ਇੰਸ਼ੋਰੈਂਸ, ਜਦੋਂ ਨਾਮ ਵੀ ਸਾਡਾ ਭੁੱਲ ਜਾਓ, ਫੋਨ ਨੰਬਰ ਵੀ ਭੁੱਲ ਜਾਓ, ਥਿੰਕ ਕਰੋ, ਗੂਗਲ 'ਚ ਥਿੰਕ ਲਿਖੋ ਤਾਂ ਸਾਰੀ ਇਨਫੋਰਮੇਸ਼ਨ, ਸਾਰੀ ਜਾਣਕਾਰੀ ਮੂਹਰੇ ਆ ਜਾਊਗੀ। ਅਤੇ ਨੰਬਰ ਸਾਡਾ ਸੌਖਾ ਹੈ ਜੀ ਬਿਲਕੁਲ, 604 828 7213, 604 8 ਤੋਂ 8 ਸਾਡਾ ਕੰਮ ਹੈ ਜੀ। 7 ਦਿਨ 2 ਲੋਕੇਸ਼ਨਾਂ BC ਨੇ, ਬਾਬੇ ਦਾ ਪਿੱਛੇ 13 ਹੈ ਜੀ। ਆਹ ਸਾਡਾ ਨੰਬਰ ਹੈ ਜੀ। ਅਤੇ ਬਾਕੀ ਸਾਡਾ BC 'ਚ ਤੁਸੀਂ ਕਿਤੇ ਹੋ, ਆਇਰਲੈਂਡ 'ਤੇ ਤੁਸੀਂ ਕਿਤੇ ਵੀ ਹੋ, ਇੰਟੀਰੀਅਰ 'ਚ ਕਿਤੇ ਵੀ ਹੋ, ਅਲਬਰਟਾ 'ਚ ਕਿਤੇ ਵੀ ਹੋ, ਘਰੇ ਬੈਠੇ ਹੀ ਤੁਸੀਂ ਸਾਡੇ ਤੋਂ ਆਪਦੇ ਕੋਟ ਲੈ ਸਕਦੇ ਹੋ, ਪਾਲਿਸੀ ਲੈ ਸਕਦੇ ਹੋ। ਭਾਵੇਂ ਡਿਸੇਬਿਲਿਟੀ ਹੋਵੇ, ਭਾਵੇਂ ਕ੍ਰਿਟੀਕਲ, ਬੱਚਿਆਂ ਦੀ RESP ਜਾਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਜਾਂ TFSA RRSP, ਕੋਈ ਵੀ ਤੁਹਾਡਾ ਸੁਝਾਅ ਜਾਂ ਕੁਐਸਚਨ ਹੋਵੇ। ਪਰ ਸਾਨੂੰ ਇਹ ਵੀ ਤੁਸੀਂ ਸਾਡਾ ਕੰਮ ਹੈ ਓਲਾ ਚੱਕਣਾ ਇੰਸ਼ੋਰੈਂਸ। ਜਦ ਦਾ ਕੰਮ ਸ਼ੁਰੂ ਕੀਤਾ ਇੰਸ਼ੋਰੈਂਸ ਦਾ ਓਲਾ ਚੱਕ ਲੈਣਾ ਸੀ। ਨਾ ਹੀ ਅਸੀਂ, ਜੇ ਤੁਸੀਂ ਕੋਈ ਕੁਐਸਚਨ ਪੁੱਛਿਆ, ਨਾ ਹੀ ਤੁਹਾਨੂੰ ਅਸੀਂ ਫੋਨ ਕਰਕੇ, ਨਾ ਅਸੀਂ ਕਾਲ ਕਰਨੀ ਆ, ਨਾ ਤੁਹਾਨੂੰ ਤੰਗ ਕਰਨਾ। ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਸਾਨੂੰ ਪੁੱਛੋ, ਜੇ ਤੁਹਾਡਾ ਮਨ ਬਣੂਗਾ ਸਾਡੇ ਨਾਲ ਅਪਾਇੰਟਮੈਂਟ ਸੈੱਟ ਕਰੋ। ਅਤੇ ਦੈਟਸ ਆਵਰ ਮੈਂਡੇਟ। ਫਿਰ 11 ਸਾਲ ਹੋ ਗਏ ਸਾਨੂੰ ਇਸ ਇੰਡਸਟਰੀ ਦੇ ਵਿੱਚ। ਅਤੇ MDRT ਟਾਪ ਦਾ ਟੇਬਲ ਸਾਰੇ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਵੀ 10 ਤੋਂ 12 ਸਿਰਫ ਹੈਗੇ ਜੀ ਜਿਹੜੇ ਆਪਣੀ ਕਮਿਊਨਿਟੀ ਦੇ ਨੇ, ਜਿਹੜੇ MDRT ਟਾਪ ਦਾ ਟੇਬਲ ਸਾਰੇ ਕੈਨੇਡਾ 'ਚ। ਅਤੇ ਸਾਰੀ ਦੁਨੀਆ ਦੇ ਵਿੱਚ 1 ਜਾਂ 2% ਹੈ। ਅਤੇ ਲਗਾਤਾਰ 2 ਸਾਲ ਹੋ ਗਏ ਜੀ ਮੈਨੂੰ। ਕਈ ਇਹ ਵੀ ਨੇ ਜੀ ਹੁਣ ਨਕਲ ਮਾਰਨ ਵਾਲੇ, ਕਹਿੰਦੇ ਅਸੀਂ ਵੀ MDRT, ਪਰ ਹੁੰਦੇ ਉਹ
ਮੈਂਬਰ ਨੇ, ਮੈਂ ਤਾਂ ਚਾਹੁੰਦਾ ਸਾਰੇ ਚਲੋ ਵਧੀਆ ਤਰੱਕੀ ਕਰਨ, ਪਰ ਗੱਲ ਹੈ ਵੀ ਜਦੋਂ ਉਹੀ ਆਉਂਦੀ ਸਪੈਸ਼ਲਿਸਟ ਦੇ ਨਾਲ ਉਹ ਵੀ ਕਹਿੰਦੇ ਵੀ ਅਸੀਂ MDRT ਮੈਂਬਰ ਕੋਈ ਵੀ ਬਣ ਸਕਦਾ। ਮੈਂਬਰ ਬਣਨ ਨਾਲ ਤੁਸੀਂ ਇਹ ਨਹੀਂ ਵੀ ਤੁਸੀਂ ਟਾਪ ਆਫ ਦ ਟੇਬਲ ਆ ਗਏ, ਇਹ ਕਿਉਂਕਿ ਇਹ ਮੈਂ ਨਹੀਂ, ਮੇਰੇ ਕਰਕੇ ਨਹੀਂ, ਇਹ ਕਮਿਊਨਿਟੀ ਸਪੋਰਟ ਕਰਕੇ ਆ, ਕਿਉਂਕਿ ਜਦੋਂ ਵਧੀਆ ਕੰਮ ਕਰਦੇ ਆ ਲੋਕ ਹੀ ਸਾਨੂੰ ਰੈਫਰ ਕਰਦੇ ਆ। 90% ਦਾ ਸਾਡਾ ਜਿਹੜਾ ਬਿਜ਼ਨਸ ਸਾਰਾ ਰੈਫਰ ਬੇਸ ਹੈ। ਥੈਂਕ ਯੂ ਸੋ ਮਚ ਬੈਨੀਪਾਲ ਸਾਹਿਬ। ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ ਇਸ ਕੀਮਤੀ ਜਾਣਕਾਰੀ ਵਾਸਤੇ। ਦੋਸਤੋ ਇਹ ਸਨ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਥਿੰਦ ਸਾਹਿਬ, ਜਿਨ੍ਹਾਂ ਨੇ ਇੰਸ਼ੋਰੈਂਸ ਦੇ ਵਿੱਚ ਬਰੀਕੀਆਂ ਕੀ ਨੇ ਤੇ ਓਲੇ ਕਿਹੜੇ ਨੇ, ਉਹਨਾਂ ਓਲਿਆਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਹੋਰਨਾਂ ਦੇ ਇਹ ਜਾਣਕਾਰੀ ਕੰਮ ਆ ਜੇ, ਅੱਗੇ ਜ਼ਰੂਰ ਭੇਜ ਦਿਓ ਜੀ। ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV। ਲਾਈਫ ਖੁਸ਼ਹਾਲ ਤਾਂ ਹੀ ਹੈ ਜੇ ਸਿਕਿਉਰਡ ਹੈ ਤੇ ਸਿਕਿਉਰਡ ਲਾਈਫ ਬਣਾਉਣ ਲਈ ਹੁਣ ਤੁਹਾਡੇ ਨਾਲ ਹੈ ਥਿੰਕ ਇੰਸ਼ੋਰੈਂਸ, ਜਿੱਥੇ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਅੱਛੇ ਰੇਟਸ ਦੇ ਨਾਲ ਮੰਥਲੀ ਪੇਮੈਂਟ ਆਪਸ਼ਨਸ ਵੀ ਹਨ। ਟਰਮ ਇੰਸ਼ੋਰੈਂਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਿੱਚ ਫਿਜ਼ੀਓਥੈਰੇਪਿਸਟ ਤੇ ਨਰਸਿਸ ਲਈ 10 ਤੋਂ 15% ਆਫ ਤੇ ਵੈਟਰਨਰੀਅਨ, ਇੰਜੀਨੀਅਰ, ਪਲੰਬਰ, ਇਲੈਕਟ੍ਰੀਸ਼ੀਅਨ, ਮਸਾਜ ਥੈਰੇਪਿਸਟ ਜਾਂ ਆਪਟੋਮੈਟ੍ਰਿਸਟ ਲਈ 15% ਆਫ। ਚਿਲਡਰਨਸ ਲਾਈਫ ਅਤੇ ਕ੍ਰਿਟੀਕਲ ਇੰਸ਼ੋਰੈਂਸ ਵਿੱਚ ਮਨੀ ਬੈਕ ਆਪਸ਼ਨ ਵੀ ਤੇ ਵਰਕ ਪਰਮਿਟ ਤੇ ਲਾਈਫ ਇੰਸ਼ੋਰੈਂਸ ਵੀ ਲੈ ਸਕਦੇ ਹੋ। ਸੋ ਅੱਜ ਹੀ ਕਾਲ ਕਰੋ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ ਨੂੰ 604 828 7213 604 828 7213।